ਸ਼ਕ ਸ੍ਰੀ ਹਰਿ ਰਾਇ ਨਾਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਨ ਸੋਇ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਨ ਸੋਇ। ਸਾਰਾ ਪਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਘਰ ਘਰ ਫੂਲੀ ਮਾਲਤੀ ਜਨ ਸੁਮਨ ਸਜਾਤੀ ਸੁਦਾ ਕੇ ਚੰਦਰਿਕ ਚੰਦਰਕਾ ਜਨ ਹੰਸਨ ਪਾਂਤੀ ਉਪਕਾਰੀ ਤੁਜ ਧਰਮ ਕੀ ਸ਼੍ਰੀ ਅਰਜਨ ਹੋਵਾ ਧਾਰਨ ਕੁਰਤਾ ਭਾਰ ਕੋ ਦਿੜ ਥੰਬ ਖਰੋਵਾ ਘਰ ਘਰ ਫੂਲੀ ਮਾਲਤੀ ਜਨ ਸੁਮਨਸ ਜਾਤੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਸੁਣਨ ਵਾਸਤੇ ਆਪਾਂ ਸਾਰੇ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠੇ ਹੋਏ ਹਾਂ। ਕੱਲ੍ਹ ਆਪ ਜੀ ਨੇ ਸਰਵਣ ਕੀਤਾ 10 ਸਾਲ ਦੀ ਉਮਰ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀ। 10 ਸਾਲ ਦੀ ਉਮਰ ਦੇ ਵਿੱਚ ਸਰੀਰ ਜਿਹੜਾ ਹੈ ਉਹ ਬਹੁਤ ਵਧੀਆ ਉੱਚਾ ਕੱਦ ਸੋਹਣਾ ਸਰੂਪ ਮਹਾਰਾਜ ਜੀ ਦਾ ਬਣਿਆ ਹੈ। ਇਹ ਕਥਾ ਤੁਸੀਂ ਸੁਣੀ ਮਹਾਰਾਜ ਜੀ ਦਾ ਮੁੱਖ ਮੰਡਲ ਕੈਸਾ ਹੈ, ਸਤਿਗੁਰੂ ਜੀ ਦੇ ਭੁਜਾਵਾਂ ਦੇ ਵਿੱਚ ਬਲ ਕੈਸਾ ਹੈ, ਗੁਰੂ ਜੀ ਦੀਆਂ ਉਂਗਲੀਆਂ ਕਿਹੋ ਜਿਹੀਆਂ ਨੇ, ਮਹਾਰਾਜ ਜੀ ਘੋੜੇ 'ਤੇ ਬੈਠਦੇ ਹੈ, ਕਿਵੇਂ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੈ। ਇਹ ਕਥਾ ਤੁਸੀਂ ਕੱਲ੍ਹ ਸਰਵਣ ਕੀਤੀ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਫਿਰ ਕਰਦਾ ਹਾਂ। ਰੱਬੀ ਪੁਰਸ਼ਾਂ ਨੂੰ ਕੁਝ ਸਿਖਾਉਣ ਦੀ ਲੋੜ ਨਹੀਂ ਹੁੰਦੀ ਜੀ।
ਰੱਬੀ ਪੁਰਸ਼ਾਂ ਨੂੰ ਕੁਝ ਸਿਖਾਉਣ ਦੀ ਲੋੜ ਨਹੀਂ ਹੁੰਦੀ, ਉਹ ਧੁਰੋਂ ਹੀ ਸਿੱਖੇ ਸਿਖਾਏ ਆਉਂਦੇ ਆ ਜੀ। ਬਹੁਤ ਸਾਰੇ ਗੁਰਮੁਖ ਪਿਆਰੇ ਐਸੇ ਹੋਏ ਆ ਜਿਨ੍ਹਾਂ ਨੇ ਬ੍ਰਹਮ ਵਿਦਿਆ ਵੀ ਬਹੁਤੀ ਨਹੀਂ ਪੜ੍ਹੀ, ਉਹਨਾਂ ਨੂੰ ਧੁਰੋਂ ਹੀ ਸਫੁਰਨ ਹੋ ਗਈ ਸਾਧ ਸੰਗਤ ਦੀ। 10 ਸਾਲ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਵਿਦਿਆ ਜਿੰਨੀ ਸੀਗੀ ਸਾਰੀ ਸਿੱਖ ਲਈ ਮਹਾਰਾਜ ਨੇ ਜੀ। 10 ਸਾਲ ਦੇ ਵਿੱਚ ਜੀ। 10 ਸਾਲ ਦੇ ਬੱਚੇ ਨੂੰ ਤਾਂ ਜੇ ਉੱਠਣਾ ਬੈਠਣਾ ਤੇ ਖਾਣ ਪੀਣ ਦਾ ਹੀ ਨਹੀਂ ਪਤਾ ਲੱਗਦਾ ਸੰਗਤ ਜੀ, ਵੇਖੀਦਾ ਨਹੀਂ ਪਤਾ ਲੱਗਦਾ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਆਮ ਨਹੀਂ ਹਨ। ਤੇ ਕੱਲ ਤੁਸੀਂ ਸੁਣਿਆ ਗੁਰੂ ਜੀ ਦਾ ਜਿਹੜਾ ਸਰੀਰ ਹੈ ਨਾ, ਇਹ ਦੇਵ ਸਰੀਰ ਹੈ ਸਾਧ ਸੰਗਤ ਜੀ। ਦੇਵ ਸਰੀਰ ਹੈ, ਉੱਚੇ ਮੋਢੇ ਨੇ, ਬੜਾ ਸੋਹਣਾ ਤੇਜ ਪ੍ਰਤਾਪ ਹੈ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕੋ ਛਿਪ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਆ ਜੀ, ਲੁਕ ਕੇ ਕਰਦੇ ਆ। ਉਧਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੂੰ ਜਿਹੜੀ ਸਿੱਖਿਆ ਦਿੰਦੇ ਆ, ਉਹ ਵੀ ਤੁਸੀਂ ਕੱਲ ਸੁਣੀ ਜੀ। ਮਹਾਰਾਜ ਗੋਦ 'ਚ ਬਿਠਾ ਕੇ ਕਹਿਣ ਲੱਗੇ, ਪੁੱਤਰ ਜੀ ਬਾਣੀ ਕੰਠ ਕਰਿਆ ਕਰੋ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਬਾਣੀ ਕੰਠ ਕਰਿਆ ਕਰੋ। ਕੰਠ ਦਾ ਮਤਲਬ ਯਾਦ ਕਰਨੀ ਜੀ, ਯਾਦ ਕਰਨੀ ਜੀ। ਬਾਣੀ ਨੂੰ ਕੰਠ ਕਰਿਆ ਕਰੋ ਤੇ ਕੰਠ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਪਾਠ ਕਰਿਆ ਕਰੋ। ਕਹਿਣ ਲੱਗੇ, ਬੰਦਾ ਇੱਕ ਹੀ ਪੰਕਤੀ ਰੋਜ਼ ਦੀ ਯਾਦ ਕਰੀ ਜਾਵੇ, ਬੜੀ ਬਾਣੀ ਕੰਠ ਹੋ ਜਾਂਦੀ ਹੈ ਜੀ। ਇੱਕ ਹੀ ਪੰਕਤੀ ਰੋਜ਼ ਦੀ ਯਾਦ ਕਰਨ ਲੱਗ ਪਵੇ ਨਾ ਜੀ, ਬੜੀ ਬਾਣੀ ਕੰਠ ਹੋ ਜਾਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬਚਨ ਕੀਤਾ। ਬਾਬਾ ਰਾਮ ਸਿੰਘ ਕੂਕੇ ਨਾਮਧਾਰੀਏ, ਉਹਨਾਂ ਦੀਆਂ ਚਿੱਠੀਆਂ ਮਿਲਦੀਆਂ ਨੇ। ਚਿੱਠੀਆਂ ਵਿੱਚ ਉਹਨਾਂ ਦਾ ਜ਼ਿਕਰ ਮੈਂ ਪੜ੍ਹਿਆ ਸੀਗਾ। ਸਿੰਘਾਂ ਨੂੰ ਕਹਿੰਦੇ, ਸਿੰਘੋ ਬਾਣੀ ਕੰਠ ਕਰਿਆ ਕਰੋ। ਉਹ ਇੱਕ ਸਿੰਘ ਨੇ ਉੱਤਰ ਭੇਜਿਆ, ਕਹਿੰਦਾ ਮਹਾਂਪੁਰਖੋ, ਮੇਰੀ ਬੁੱਧੀ ਜਿਹੜੀ ਹੈ ਨਾ ਸਥੂਲ ਹੈ, ਮੋਟੀ ਹੈ, ਮੇਰੇ ਕੋਲ ਬਾਣੀ ਕੰਠ ਨਹੀਂ ਹੁੰਦੀ। ਤੇ ਬਾਬਾ ਰਾਮ ਸਿੰਘ ਜੀ ਨੇ ਅੱਗੋਂ ਉੱਤਰ ਭੇਜਿਆ ਸੀ, ਕਹਿੰਦੇ ਸੀ ਕਾਏ ਤੇ ਨਹੀਂ ਹੁੰਦੀ, ਜਿਵੇਂ ਪੁਰਾਣੀ ਬੋਲੀ, ਕਹਿੰਦੇ ਕਾਏ ਤੇ ਨਹੀਂ ਹੁੰਦੀ, ਇੱਕ ਇੱਕ ਅੱਖਰ ਵੀ ਯਾਦ ਕरें ਤਾਂ ਬਹੁਤ ਹੋ ਜਾਂਦੀ ਹੈ। ਇੱਕ ਇੱਕ ਅੱਖਰ ਵੀ ਤੁਸੀਂ ਬਾਣੀ ਦਾ ਯਾਦ ਕਰੋ, ਬੜੀ ਬਾਣੀ ਕੰਠ ਹੋ ਜਾਂਦੀ ਹੈ। ਗੱਜ ਕੇ ਆਖੋ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਬਾਣੀ ਕੰਠ ਕਰਿਆ ਕਰੋ। ਬਾਣੀ ਕੰਠ ਪੈਸਾ ਗੰਠ। ਫਿਰ ਉਪਦੇਸ਼ ਜੇ ਜੋ ਜੋ ਦਿੱਤਾ ਉਹ ਤੁਸੀਂ ਸੁਣਿਆ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੋ। ਸੋ ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਕਰਦੇ ਆ। ਬਹੁਤ ਦੂਰ ਦੂਰ ਤੋਂ ਗੁਰੂ ਜੀ ਦੇ ਚਰਨਾਂ ਵਿੱਚ ਸੰਗਤਾਂ ਆਉਂਦੀਆਂ ਨੇ, ਉੱਤਰ ਤੋਂ, ਪੂਰਬ ਤੋਂ, ਪੱਛਮ ਤੋਂ ਤੇ ਦੱਖਣ ਤੋਂ। ਕੱਲ ਵੀ ਬੇਨਤੀ ਕੀਤੀ ਸੀ, ਭੱਟ ਜੀ ਗੁਰੂ ਜੀ ਦੀ ਸਿਫਤ ਕਰਦਿਆਂ ਬਾਣੀ ਵਿੱਚ ਲਿਖਦੇ ਆ, ਉੱਤਰ ਦੱਖਣ ਹੈ ਪੁਬ ਅਰ ਪੱਛਮ, ਜੈ ਜੈਕਾਰ ਜਪੰਥ ਨਰਾ। ਭਾਵੇਂ ਉੱਤਰ ਹੋਵੇ, ਪੂਰਬ ਹੋਵੇ, ਪੱਛਮ ਹੋਵੇ ਜਾਂ ਦੱਖਣ ਹੋਵੇ, ਹਰ ਪਾਸਾ ਗੁਰੂ ਜੀ ਦੀ ਜੈ ਜੈਕਾਰ ਕਰਦਾ ਹੈ ਜੀ। ਹਰ ਪਾਸਾ ਗੁਰੂ ਜੀ ਦੀ ਜੈ ਜੈਕਾਰ ਕਰਦਾ ਹੈ। ਚਾਰੇ ਪਾਸਿਓਂ ਗੁਰੂ ਜੀ ਦੇ ਚਰਨਾਂ ਵਿੱਚ ਸੰਗਤਾਂ ਆਉਂਦੀਆਂ ਨੇ। ਲੋਕ ਸੰਗਤ ਜੀ ਆਪਣੇ ਨਿੱਕੇ ਨਿੱਕੇ ਦੁੱਖਾਂ ਕਰਕੇ ਬਹੁਤ ਦੁਖੀ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਦੁੱਖ ਦੂਰ ਕਰਦੇ ਆ। ਆਪਾਂ ਵੀ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੇ ਸਾਡੇ ਦੁੱਖ ਦੂਰ ਕਰੋ ਮਹਾਰਾਜ। ਬੜਾ ਵੱਡਾ ਦੁੱਖ ਇੱਕ ਮਹਾਰਾਜ ਬਾਣੀ 'ਚ ਲਿਖਦੇ ਆ, ਦੁੱਖ ਵਿਛੋੜਾ ਇੱਕ ਦੁੱਖ ਭੁੱਖ। ਰੱਬ ਤੋਂ ਵਿਛੜੇ ਹੋਏ ਆ। ਹਾਂਜੀ, ਇਹ ਬੜਾ ਵੱਡਾ ਦੁੱਖ ਹੈਗਾ ਜੀ। ਹੁਣ ਨਹੀਂ ਨਾ ਪਤਾ ਲੱਗਦਾ, ਜਦੋਂ ਬਾਰ-ਬਾਰ ਜੰਮਣਾ ਪੈਂਦਾ ਤੇ ਮਰਨਾ ਪੈਂਦਾ ਨਾ ਜੀ, ਫਿਰ ਪਤਾ ਲੱਗਦਾ ਬੰਦੇ ਨੂੰ ਜੀ। ਜੰਮਣ ਮਰਨ ਦਾ ਜਿਹੜਾ ਦੁੱਖ ਹੈ ਨਾ ਜੀ, ਇਹ ਇਸੇ ਕਰਕੇ ਹੀ ਹੈ ਵੀ ਆਪਾਂ ਰੱਬ ਤੋਂ ਵਿਛੜ ਗਏ ਆ ਜੀ। ਦੁੱਖ ਵਿਛੋੜਾ
ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਬਾਰ ਜਮਦੂਤ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰੂ ਅਰਜਨ ਦੇਵ ਜੀ ਆਈਆਂ ਹੋਈਆਂ ਸੰਗਤਾਂ ਦੇ ਦੁੱਖ ਦੂਰ ਕਰਦੇ ਆ। ਮਹਾਰਾਜ ਸਾਡੇ ਵੀ ਦੁੱਖ ਦੂਰ ਕਰਿਆ ਕਰਨ, ਸਾਡੇ ਵੀ ਦੁੱਖ ਦੂਰ ਕਰਨ। ਹੁਣ ਆਪਾਂ ਲੜੀਵਾਰ ਕਥਾ ਸਰਵਣ ਕਰਨੀ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਆ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਮ੍ਰਿਤਸਰ ਤੀਰਥ ਦੀ ਬੜੀ ਮਹਿਮਾ ਕੀਤੀ ਹੈ। ਬਹੁਤ ਬਹੁਤ ਦੂਰੋਂ ਸੰਗਤਾਂ ਫਿਰ ਅੰਮ੍ਰਿਤਸਰ ਵਿੱਚ ਆ ਕੇ ਇਸ਼ਨਾਨ ਕਰਦੀਆਂ ਨੇ ਜੀ, ਸੁੱਖ ਪ੍ਰਾਪਤ ਕਰਦੀਆਂ ਨੇ। ਐਸਾ ਕੋਈ ਪੁਰਸ਼ ਨਹੀਂ ਸੀ ਹੈਗਾ ਜਿਹਦੇ ਮੁਖ ਤੋਂ ਗੁਰੂ ਅਰਜਨ ਦੇਵ ਜੀ ਦਾ ਨਾਮ ਨਹੀਂ ਸੀ ਨਿਕਲਦਾ ਜੀ। ਆਪਾਂ ਵੀ ਸਾਰੇ ਕਹੀਏ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸੰਗਤ ਜੀ ਗੁਰੂ ਜੀ ਨੂੰ ਧੰਨ ਧੰਨ ਕਿਹਾ ਕਰੀਏ, ਬੜੇ ਦੁੱਖ ਦੂਰ ਹੁੰਦੇ ਜੇ। ਸੱਚੇ ਮਨੋਂ ਪ੍ਰੇਮ ਨਾਲ ਬੰਦਾ ਗੁਰੂ ਜੀ ਨੂੰ ਧੰਨ ਧੰਨ ਆਖੇ, ਬੜੇ ਦੁੱਖ ਦੂਰ ਹੁੰਦੇ ਹੈ। ਪ੍ਰੇਮ ਨਾਲ ਗੱਜ ਕੇ ਫਿਰ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ। ਘਰ ਘਰ ਫੂਲੀ ਮਾਲਤੀ, ਜਨ ਸੁਮਨਸ ਜਾਤੀ। ਜਿਵੇਂ ਘਰ ਦੇ ਵਿੱਚ ਚਿੱਟੇ ਰੰਗ ਦੇ ਬੜੇ ਖੁਸ਼ਬੂਦਾਰ ਫੁੱਲ ਲੱਗੇ ਹੋਣ ਨਾ ਜੀ, ਆਸੇ ਪਾਸੇ ਗਵਾਂਢੀਆਂ ਨੂੰ ਵੀ ਖੁਸ਼ਬੂ ਜਾਂਦੀ ਹੈ ਜੀ। ਹਾਂਜੀ ਤੁਸੀਂ ਵੇਖਿਓ, ਇੱਕ ਰਾਤ ਦੀ ਰਾਣੀ ਹੈਗਾ ਜੀ ਬੂਟਾ ਜੀ, ਉਹ ਰਾਤ ਨੂੰ ਹੀ ਖਿੜਦਾ ਜੀ, ਤੇ ਉਹਦੀ ਇੰਨੀ ਜ਼ਿਆਦਾ ਖੁਸ਼ਬੂ ਹੈ, ਦੂਰ ਖਿੜਿਆ ਹੋਵੇ ਪਤਾ ਲੱਗ ਜਾਂਦਾ ਵੀ ਫੁੱਲ ਖਿੜ ਗਿਆ ਜੀ। ਜਿਵੇਂ ਫੁੱਲ ਖਿੜੇ ਆਸੇ ਪਾਸੇ ਖੁਸ਼ਬੂ ਜਾਂਦੀ ਹੈ। ਸੁਦਾ ਕੇ ਚੰਦਰਕ ਚੰਦਰਕਾ, ਜਨ ਹੰਸਨ ਪਾਂਤੀ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਦਾ ਜਸ ਵੀ ਆਸੇ ਪਾਸੇ ਜਾ ਰਿਹਾ ਹੈ ਜੀ। ਹਾਂਜੀ ਫੁੱਲ 'ਚ ਖੁਸ਼ਬੂ ਹੋਵੇ ਭੌਰੇ ਤੱਪ ਹੀ ਆ ਜਾਂਦੇ ਆ ਜੀ। ਫੁੱਲ ਅਸਲੀ ਹੋਵੇ ਸਹੀ ਜੀ। ਬਹੁਤ ਦੂਰੋਂ ਦੂਰੋਂ ਪ੍ਰੇਮੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ। ਫਿਰ ਕਹਿੰਦੇ ਜਿਵੇਂ ਚੰਬੇਲੀ ਦਾ ਫੁੱਲ ਹੁੰਦਾ ਹੈ, ਉਹਦੀ ਖੁਸ਼ਬੂ ਹੁੰਦੀ ਹੈ, ਇਹਦੇ ਤੋਂ ਵੱਧ ਕਿਤੇ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਦੀ ਖੁਸ਼ਬੂ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਤ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲੇ ਮਹਾਂਪੁਰਖ ਜਥੇਦਾਰ, ਉਹਨਾਂ ਕੋਲ ਇੱਕ ਸਿੰਘ ਨਾ ਸੈਂਟ ਲੈ ਕੇ ਗਿਆ। ਉਹਨੂੰ ਬੜਾ ਸ਼ੌਂਕ ਸੀਗਾ, ਇੱਥੇ ਮੈਨੂੰ ਵੀ ਦੇ ਕੇ ਜਾਂਦਾ ਹੈ। ਉਹ ਸਾਰਿਆਂ ਨੂੰ ਸੈਂਟ ਦਿੰਦਾ ਹੁੰਦਾ ਜੀ। ਉਹਨੇ ਮੈਨੂੰ ਬਚਨ ਸੁਣਾਇਆ, ਕਹਿੰਦੇ ਮੈਂ ਮਹਾਂਪੁਰਖਾਂ ਨੂੰ ਸੈਂਟ ਦੇਣ ਲੱਗਾ, ਬੜਾ ਇੰਪੋਰਟੈਂਟ, ਬੜਾ ਵਧੀਆ, ਤੇ ਮੈਂ ਵੀ ਉਹ ਲਾਇਆ ਸੀ। ਤੇ ਕਹਿਣ ਲੱਗੇ ਮਹਾਂਪੁਰਖਾਂ ਨੇ ਆਖਿਆ ਵੀ ਨਾਮ ਦੀ ਖੁਸ਼ਬੂ ਆਉਣੀ ਚਾਹੀਦੀ ਹੈ, ਸੈਂਟ ਦੀ ਕੋਈ ਗੱਲ ਨਹੀਂ। ਕਹਿਣ ਲੱਗੇ ਨਾਮ ਦੀ ਖੁਸ਼ਬੂ ਆਉਣੀ ਚਾਹੀਦੀ ਜੀ। ਨਾਮ ਦੀ ਖੁਸ਼ਬੂ ਬੰਦੇ ਕੋਲ ਬੈਠਿਆਂ ਹੀ ਆ ਜਾਂਦੀ ਜੀ, ਵੀ ਕਿੰਨਾ ਕੁ ਜਪਦਾ ਹੈ ਜੀ, ਕਿੰਨਾ ਕੁ ਜਪਦਾ ਹੈ। ਮਹਾਰਾਜ ਜੀ ਦੀ ਖੁਸ਼ਬੂ ਦੂਰ ਦੂਰ ਤੱਕ ਫੈਲ ਰਹੀ ਹੈ ਜੀ। ਫਿਰ ਅੱਗੋਂ ਦੱਸਦੇ, ਕਹਿੰਦੇ ਜਿਵੇਂ ਚੰਦਰਮਾ ਦੀ ਚਾਂਦਨੀ ਹੁੰਦੀ ਹੈ, ਹੰਸ ਉਹਦੇ 'ਚ ਸੁੱਖ ਮਾਣਦੇ ਹੈ, ਮਹਾਰਾਜ ਜੀ ਦਾ ਜਸ ਵੀ ਐਸਾ ਹੀ ਹੈ। ਹਾਂਜੀ ਉਪਕਾਰੀ ਤੁਝ ਧਰਮ ਕੀ, ਸ਼੍ਰੀ ਅਰਜਨ ਹੋਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਹਨ? ਮਹਾਰਾਜ ਧਰਮ ਦੀ ਧੁਜਾ ਹਨ ਜੀ, ਧਰਮ ਦੇ ਝੰਡੇ ਹਨ। ਦੂਰੋਂ ਕਿਸੇ ਗੱਲ ਦਾ ਝੰਡਾ ਹੋਵੇ, ਕਿਸੇ ਦੇਸ਼ ਦਾ ਪਤਾ ਲੱਗ ਜਾਂਦਾ ਹੈ, ਗੁਰੂ ਅਰਜਨ ਦੇਵ ਜੀ ਧਰਮ ਦੇ ਝੰਡੇ ਹਨ ਜੀ। ਹਾਂਜੀ ਧਾਰਨ ਗੁਰਤਾ ਭਾਰ ਕੋ, ਦਿੜ ਥੰਬ ਖਰੋਵਾ। ਗੁਰਤਾ ਗੱਦੀ ਦੇ ਭਾਰ ਨੂੰ ਮਹਾਰਾਜ ਨੇ ਸਹਿਣ ਕੀਤਾ ਹੋਇਆ, ਐ ਖੰਭੇ ਦੀ ਤਰ੍ਹਾਂ ਖਲੋਤੇ ਹੈ। ਆਪਾਂ ਨਹੀਂ ਜਣਾਉਂਦੇ, ਮਾੜੀ ਜੀ ਕਿਸੇ 'ਚ ਤਾਕਤ ਆ ਜੇ ਉਹ ਆਪਾਂ ਜਣਾ ਦਿੰਦਾ ਜੀ। ਏਡੀ ਵੱਡੀ ਤਾਕਤ ਮਹਾਰਾਜ ਦੇ ਕੋਲ ਹੈ, ਪਰ ਸੱਚੇ ਪਾਤਸ਼ਾਹ ਆਪਾਂ ਨਹੀਂ ਜਣਾਉਂਦੇ, ਗੁਪਤ ਰਹਿੰਦੇ ਆ ਜੀ। ਹਾਂਜੀ ਨਰ ਅਨੁਹਰ ਲੀਲਾ ਕਰਹਿ, ਔਰ ਨਿਰਹੰਕਾਰਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਖੁਦ ਰੱਬ ਹੋ ਕੇ, ਪਰਮੇਸ਼ਰ ਹੋ ਕੇ ਗੁਰੂ ਅਰਜਨ ਦੇਵ ਜੀ ਐਵੇਂ ਵਿਚਰਦੇ ਜਿਵੇਂ ਆਮ ਮਨੁੱਖ ਵਿਚਰਦੇ ਹੋਣ। ਕਹਿਣ ਲੱਗੇ ਵਾਹਿਗੁਰੂ ਹੋਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਖੁਦ ਰੱਬ ਪਰਮੇਸ਼ਰ ਹੋ ਕੇ ਇਉਂ ਵਿਚਰਦੇ ਜਿਵੇਂ ਆਮ ਪੁਰਸ਼ ਹੁੰਦੇ ਆ ਜੀ। ਮਨ 'ਚ ਕੋਈ ਹੰਕਾਰ ਨਹੀਂ ਹੈਗਾ ਜੀ।
ਹਾਂਜੀ। ਦੇਤ ਮ੍ਰਿਦਲ ਉਪਦੇਸ਼ ਕੋ ਲਗ ਸਭਿਨ ਪਿਆਰਾ। ਆਏ ਗਏ ਨੂੰ ਸੱਚੇ ਪਾਤਸ਼ਾਹ ਬੜਾ ਮਿੱਠਾ ਉਪਦੇਸ਼ ਦਿੰਦੇ, ਭਾਈ ਜੇ ਜ਼ਿੰਦਗੀ ਦਾ ਭਲਾ ਕਰਨਾ ਤੇ ਨਾਮ ਜਪਿਆ ਕਰੋ। ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਭ ਨੂੰ ਬੜਾ ਪਿਆਰਾ ਲੱਗਦਾ ਹੈ। ਹਾਂਜੀ। ਕਰੇ ਅਜਮਤੀ ਸੈਂ ਕਰੇ ਸਿੱਧਾ ਸਭ ਦੀਨੀ। ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਚਰਨਾਂ ਦੇ ਵਿੱਚ ਸੇਵਾ ਕਰ ਕਰਕੇ ਸੈਂਕੜੇ ਪੁਰਸ਼ ਬ੍ਰਹਮ ਗਿਆਨੀ ਬਣੇ ਜੀ। ਬ੍ਰਹਮ ਗਿਆਨੀ ਬਣੇ, ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਗਏ ਜੀ। ਬਾਬਾ ਬਿਧੀ ਚੰਦ ਜੀ ਦਾ ਨਾਮ ਹੈ ਪੰਥ 'ਚ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਬਾਬਾ ਬਿਧੀ ਚੰਦ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ ਹੈ ਜੀ। ਹਾਂਜੀ। ਕਾਲੀ ਘਾਲ ਸੋ ਸਫਲਤੀ, ਕਾਲੀ ਘਾਲ ਸੋ ਫਲਤ ਭੀ, ਕਿਸ ਬਾਦ ਨਾ ਕੀਨੀ। ਗੱਜ ਕੇ ਆਖੋ ਵਾਹਿਗੁਰੂ। ਜਿੰਨੇ ਥੋੜੀ ਜੀ ਵੀ ਘਾਲਣਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਘਾਲੀ ਜੀ, ਥੋੜੀ ਜੀ ਵੀ ਮਿਹਨਤ ਕੀਤੀ, ਸੱਚੇ ਪਾਤਸ਼ਾਹ ਜੀ ਨੇ ਉਹਦੀ ਮਿਹਨਤ ਵਿਅਰਥ ਨਹੀਂ ਜਾਣ ਦਿੱਤੀ ਜੀ। ਉਹਦੀ ਮਿਹਨਤ ਨੂੰ ਫਲ ਲਾਇਆ, ਉਹਦੇ ਤੇ ਬਖਸ਼ਿਸ਼ਾਂ ਕੀਤੀਆਂ, ਮਿਹਰਾਂ ਕੀਤੀਆਂ ਜੀ। ਗੁਰੂ ਕੋਲ ਹੈ ਹੀ ਮਿਹਰਾਂ ਜੀ। ਬੰਦੇ ਨੂੰ ਲੈਣ ਦੀ ਜਾਚ ਹੋਵੇ ਸਹੀ, ਗੁਰੂ ਜੀ ਤੇ ਮਿਹਰਾਂ ਕਰਨ ਲਈ ਬੈਠੇ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਅਜਮਤ ਨਹੀਂ ਜਨਾਵਤੇ, ਸਿਰ ਦੇਤ ਨਾ ਦੇਰੇ। ਕਹਿੰਦੇ ਸਿਰ ਤਾਂ ਦੇ ਦੇਣਗੇ ਪਰ ਕਰਾਮਾਤ ਨਹੀਂ ਵਿਖਾਉਂਦੇ ਮਹਾਰਾਜ ਛੇਤੀ ਕਿਤੇ। ਹਾਂਜੀ। ਅਜਰ ਜਰਨ ਧੀਰਜ ਧਰਨ, ਗੁਣ ਧਰੈ ਵਡੇਰੇ। ਅਜਰ ਨੂੰ ਜਰਨ ਦਾ ਗੁਰੂ ਸਾਹਿਬ ਵਿੱਚ ਬੜਾ ਵੱਡਾ ਧੀਰਜ ਹੈ ਜੀ। ਸਾਡੀ ਅਵਸਥਾ ਸਾਨੂੰ ਪਤਾ ਹੀ ਹੈ, ਮਾੜੀ ਜੀ ਕੋਈ ਗੱਲ ਬੁਰੀ ਕਰਦੇ ਸਾਡੇ ਕੋਲ ਜਰ ਨਹੀਂ ਹੁੰਦੀ ਜੀ, ਜਰ ਨਹੀਂ ਹੁੰਦੀ ਜੀ। ਹਾਂਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕੋ ਸ਼ਕਤੀਆਂ ਨੇ, ਤਾਕਤਾਂ ਨੇ, ਪਰ ਮਹਾਰਾਜ ਸਭ ਕੁਝ ਜਰ ਕੇ ਬੈਠੇ ਆ ਜੀ। ਹਾਂਜੀ। ਸਤਨਾਮ ਕੋ ਦਾਨ ਦੇ, ਨਰ ਭਗਤੀ ਲਾਏ। ਹਾਂ, ਇੱਕ ਕਿਰਪਾ ਮਹਾਰਾਜ ਜ਼ਰੂਰ ਕਰਦੇ ਆ, ਆਏ ਹੋਏ ਜੀਵਾਂ ਨੂੰ ਭਗਤੀ ਦੀ ਦਾਤ ਜ਼ਰੂਰ ਦਿੰਦੇ ਆ ਜੀ। ਸਾਈਂ ਮੀਆਂ ਮੀਰ ਨੂੰ ਜਹਾਂਗੀਰ ਨੇ ਪੁੱਛਿਆ ਵੀ ਕੋਈ ਰੱਬ ਦਾ ਪਿਆਰਾ ਵੇਖਿਆ, ਕੋਈ ਬ੍ਰਹਮ ਗਿਆਨੀ ਵੇਖਿਆ? ਸਾਈਂ ਮੀਆਂ ਮੀਰ ਕਹਿੰਦੇ ਹਾਂ ਵੇਖਿਆ। ਕਹਿੰਦਾ ਕੌਣ? ਕਹਿੰਦੇ ਉਹ ਜਿਹਨੂੰ ਤੂੰ ਤੱਤੀ ਤਵੀ ਤੇ ਬਿਠਾਇਆ ਸੀ, ਗੁਰੂ ਅਰਜਨ ਦੇਵ ਜੀ। ਕਹਿੰਦਾ ਜੀ ਉਹਨਾਂ ਵਿੱਚ ਤਾਂ ਤਾਕਤ ਹੀ ਕੋਈ ਨਹੀਂ, ਬਚਾ ਹੀ ਨਹੀਂ ਸਕੇ। ਕਹਿੰਦੇ ਨਾ ਨਾ ਨਾ, ਉਹ ਚਾਹੁਣ ਨਾ ਤੇ ਫੂਕ ਮਾਰ ਕੇ ਸਾਰੇ ਬ੍ਰਹਿਮੰਡ ਨੂੰ ਉਡਾ ਸਕਦੇ ਸੀ, ਕਹਿਣ ਲੱਗੇ ਇੰਨੀ ਵੱਡੀ ਤਾਕਤ ਦੇ ਮਾਲਕ। ਪਰ ਜਣਾਉਂਦੇ ਨਹੀਂ ਜੀ, ਜਣਾਉਂਦੇ ਨਹੀਂ। ਸਭ ਤੋਂ ਔਖਾ ਤੇ ਗੁਪਤ ਰਹਿਣਾ ਜੀ। ਸੰਗਤ ਜੀ ਪ੍ਰਗਟ ਹੋਣਾ ਤੇ ਸੌਖਾ ਹੀ ਹੈ। ਇਸ਼ਤਿਹਾਰ ਆਪਣੇ ਨਾਮ ਦੇ ਲਵਾ ਦਿਓ, ਕਾਰਡ ਆਪਣੇ ਬਣਾ ਲਓ, ਲੋਕਾਂ 'ਚ ਧੜਾ ਧੜ ਪ੍ਰਚਾਰ ਕਰੋ ਆਪਣਾ। 4-5 ਬੰਦੇ ਰੱਖ ਲਓ, ਪ੍ਰਚਾਰ ਕਰਾਓ ਆਪਣਾ ਜੀ। ਪ੍ਰਗਟ ਹੋਣਾ ਤੇ ਸੌਖਾ ਹੀ ਹੈ, ਗੁਪਤ ਰਹਿਣਾ ਬੜਾ ਔਖਾ ਹੈ ਜੀ। ਕੁਛ ਮਿਲਿਆ ਹੋਵੇ ਉਹਨੂੰ ਜਰ ਕੇ ਬਹਿਣਾ ਬੜਾ ਔਖਾ ਹੈ ਜੀ। ਹਾਂਜੀ। ਬ੍ਰਹਮ ਗਿਆਨ ਮਹਿ ਨਿਪੁੰਨ ਕੋ, ਸਿੱਧਾ ਸਮੁਦਾਏ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬ੍ਰਹਮ ਗਿਆਨੀ ਬਣਾਇਆ, ਬ੍ਰਹਮ ਗਿਆਨੀ। ਰਿੱਧੀਆਂ ਸਿੱਧੀਆਂ ਬਖਸ਼ਿਸ਼ ਕੀਤੀਆਂ ਗੁਰੂ ਅਰਜਨ ਦੇਵ ਜੀ ਨੇ। ਹਾਂਜੀ। ਸਭ ਦਿਸ਼ ਕੀ ਸੰਗਤ ਬਿਖੈ, ਰਹਿ ਬ੍ਰਿੰਦ ਮਸੰਦਾ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਚਾਰੇ ਪਾਸਿਆਂ ਤੋਂ ਮਸੰਦ ਆਉਂਦੇ ਆ, ਗੁਰੂ ਜੀ ਦੇ ਚਰਨਾਂ 'ਚ ਰਹਿੰਦੇ ਆ। ਹਾਂਜੀ। ਆਏ ਹੋਏ ਨਿਜ ਸੰਗ ਲੈ, ਦਰਸਹਿ ਸੁਖ ਕੰਦਾ। ਮਸੰਦ ਸੰਗਤਾਂ ਨੂੰ ਨਾਲ ਲੈ ਕੇ ਆਉਂਦੇ ਆ, ਸੁੱਖਾਂ ਦੀ ਦਾਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ ਆ। ਹਾਂਜੀ। ਦੇਸ਼ ਵਿਦੇਸ਼ ਅਸ਼ੇਸ਼ ਮਹਿ, ਲੈ ਕਰ ਗੁਰ ਕਾਰੇ। ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਨਾਮ ਦੀ ਮਾਇਆ ਭੇਟਾ ਜਿਹੜੀ ਹੈ ਉਹ ਲੈ ਕੇ ਦਰਬਾਰ ਸਾਹਿਬ ਆਉਂਦੇ ਆ ਜੀ। ਹਾਂਜੀ। ਖਸ਼ਟ ਮਾਸ ਕੈ ਬਰਖ ਮੈਂ, ਆਨੈ ਗੁਰਦੁਆਰੇ। ਕੋਈ ਮਸੰਦ 6 ਮਹੀਨੇ ਬਾਅਦ ਆਉਂਦਾ ਹੈ ਤੇ ਕੋਈ 1 ਸਾਲ ਬਾਅਦ ਆਉਂਦਾ ਹੈ, ਤੇ ਬੜੀ ਮਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਦੇ ਆ। ਹਾਂਜੀ। ਦਰਬ ਵਿਸਾਲ ਸੋ ਆਏ ਜਿਮ, ਤਿਮ ਖਰਚ ਵਿਸਾਲਾ। ਪਰ ਮੈਂ ਵੇਖਿਆ ਜੀ ਕਰੋੜਾਂ ਰੁਪਈਏ ਉੱਲੀ ਲੱਗ ਗਈ, ਦਿੱਤੇ ਨਹੀਂ ਕਿਸੇ ਨੂੰ ਜੀ। ਕਈ ਬੰਦਿਆਂ ਦਾ ਹਿਸਾਬ ਸੰਤ ਬਾਬਿਆਂ ਦਾ ਇਹੋ ਜਿਹਾ ਵੀ ਹੈਗਾ ਹੈ। ਗੱਜ ਕੇ ਆਖੋ ਵਾਹਿਗੁਰੂ। ਦਿੰਦੇ ਨਹੀਂ ਚ ਉੱਲੀ ਲੱਗ ਗਈ ਜੀ ਉਹਨਾਂ ਨੂੰ, ਦਿੰਦੇ ਨਹੀਂ ਚ ਕਿਸੇ ਨੂੰ। ਹਾਂਜੀ। ਗਿਣਤੀ ਕੋਈ ਨਹੀਂ ਜੀ। ਮੈਨੂੰ ਇੱਕ ਬਾਬੇ ਦੇ ਚੇਲੇ ਕਹਿਣ ਲੱਗੇ ਸਾਡੇ ਬਾਬੇ ਨੇ ਮਾਇਆ ਥੱਲੇ ਆ ਕੇ ਮਰ ਜਾਣਾ ਕਿਸੇ ਦਿਨ, ਕਹਿਣ ਲੱਗੇ ਇੰਨੀ ਜ਼ਿਆਦਾ ਉਹਦੇ ਕੋਲ ਮਾਇਆ, ਦਿੰਦਾ ਨਹੀਂ ਕਿਸੇ ਨੂੰ ਕਹਿੰਦੇ।
ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੰਨੀ ਮਾਇਆ ਆਉਂਦੀ ਹੈ ਨਾ, ਨਾਲੋਂ ਨਾਲ ਹੀ ਖਰਚ ਕਰੀ ਜਾਂਦੇ ਹੈ, ਨਾਲੋਂ ਨਾਲ ਹੀ ਖਰਚ ਕਰੀ ਜਾਂਦੇ ਹੈ। ਹਾਂਜੀ, ਦੇਗ ਅਤੋਟੀ ਚਲਤ ਹੈ, ਨਿਸ ਦਿਨ ਜੁਗ ਕਾਲਾ। ਤੇ ਅਤੋਟ ਦੇਗ ਲੰਗਰ ਜਿਹੜਾ ਅਤੁੱਟ ਚੱਲਦਾ ਹੈ, ਲੰਗਰ ਦਾ ਵੀ ਖਰਚਾ ਬੜਾ ਹੈ ਜੀ। ਹਾਂਜੀ, ਅਚੈ ਆਹਾਰ ਹਜ਼ਾਰ ਹੀ, ਨਿਤ ਪ੍ਰਤ ਨਰ ਆਵੈ। ਹਰ ਰੋਜ਼ ਹਜ਼ਾਰਾਂ ਮਨੁੱਖ ਗੁਰੂ ਅਰਜਨ ਸਾਹਿਬ ਕੋ ਆਉਣ ਲੱਗ ਪਏ, ਹਜ਼ਾਰਾਂ ਲੋਕ ਲੰਗਰ ਛਕਦੇ ਆ, ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਜੀ। ਸੰਗਤ ਜੀ, ਵੈਸੇ ਮਹਾਰਾਜ ਦੇ ਨਾਮ ਦੀ ਬੜੀ ਬਰਕਤ ਹੈ ਜੀ। ਹਾਂਜੀ, ਨਿਕਟ ਹਜ਼ਾਰੋਂ ਰਹਿਤ ਹੈ, ਗੁਰ ਕੇ ਘਰ ਖਾਵੈ। ਅੰਮ੍ਰਿਤਸਰ ਦੇ ਵਿੱਚ ਹਜ਼ਾਰਾਂ ਮਨੁੱਖ ਮਹਾਰਾਜ ਜੀ ਦੇ ਕੋਲ ਵੀ ਰਹਿਣ ਲੱਗ ਪਏ ਜੀ। ਉਹਨਾਂ ਦਾ ਜੀ ਨਾ ਕਰੇ ਮਹਾਰਾਜ ਨੂੰ ਛੱਡ ਕੇ ਜਾਣ ਦਾ। ਗੱਜ ਕੇ ਆਖੋ। ਸੋ ਮਹਾਰਾਜ ਦੇ ਕੋਲ ਹੀ ਰਹਿੰਦੇ, ਉਹ ਵੀ ਲੰਗਰ ਉੱਥੋਂ ਹੀ ਛਕਦੇ ਆ ਜੀ। ਹਾਂਜੀ, ਸਿਰੇ ਪਾਓ ਪੁਨ ਦੇਤ ਹੈ, ਸਿੱਖ ਹਵੈ ਮੁਖ ਜੋਈ। ਮੁਖੀ ਸਿੱਖਾਂ ਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ ਸਰੋਪਾ ਵੀ ਬਖਸ਼ਿਸ਼ ਕਰਦੇ ਆ, ਮਿਹਰ ਵੀ ਕਰਦੇ ਆ। ਹਾਂਜੀ, ਬਰਿੰਦ ਮਸੰਦ ਬਿਲੰਦ ਧਨ, ਲੈ ਗੁਰ ਤੇ ਸੋਈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਸੰਦਾਂ ਕੋਲੋਂ ਮਾਇਆ ਲੈਂਦੇ ਆ ਤੇ ਮਾਇਆ ਲਾ ਦਿੰਦੇ ਆ। ਸੰਗਤ ਜੀ, ਇਹ ਬੜੀ ਵੱਡੀ ਗੱਲ 'ਚ ਮਾਇਆ ਆਮ ਬੰਦੇ ਨੂੰ ਭਰਮਾ ਲੈਂਦੀ। ਮਹਾਰਾਜ ਖੁਦ ਲਿਖਦੇ ਆ, ਮਾਇਆ ਚਿੱਤ ਪਰਮੇਣ। ਮਾਇਆ ਬੰਦੇ ਨੂੰ ਭਰਮਾ ਲੈਂਦੀ ਜੀ। ਹੌਲੀ ਜੀ ਕੋਈ 10,000 ਜੇਬ 'ਚ ਪਾ ਗਿਆ, ਬੰਦਾ ਕਹਿੰਦਾ ਛੱਡੋ ਪਰਾਂ, ਦੱਸਾਂ ਹੀ ਨਾ ਕਿਸੇ ਨੂੰ। ਹਾਂਜੀ, ਇਹ ਭਰਮਾ ਲੈਂਦੀ ਬੰਦੇ ਨੂੰ ਜੀ। ਇਹ ਤੇ ਗੁਰੂ ਸਾਹਿਬ ਕਿਰਪਾ ਕਰਨ, ਬਚਾ ਕੇ ਰੱਖਣ ਬੰਦੇ ਨੂੰ ਜੀ। ਹਾਂਜੀ, ਇਤਿਆਦਿਕ ਨਿਜ ਖਰਚ ਕੋ, ਕੁਝ ਤੋਟ ਨ ਆਵੈ। ਖਰਚ ਵੀ ਬਹੁਤ ਹੈ ਗੁਰੂ ਘਰ ਵਿੱਚ, ਪਰ ਤੋਟ ਵੀ ਕਿਸੇ ਗੱਲ ਦੀ ਨਹੀਂ ਹੈਗੀ ਜੀ, ਕਮੀ ਵੀ ਕਿਸੇ ਗੱਲ ਦੀ ਨਹੀਂ ਹੈਗੀ ਜੀ। ਹਾਂਜੀ, ਗਾਏ ਰਬਾਬੀ ਪੁੰਜ ਸਦ, ਸੋ ਧਨ ਗਨ ਪਾਵੈ। ਤੇ ਰਬਾਬੀਆਂ ਨੂੰ ਵੀ ਧਨ ਮਿਲਦਾ ਹੈ, ਤੇ ਮਾਇਆ ਦੀ ਗੱਲ ਚੱਲੀ ਤੇ ਮਾਤਾ ਜੀ ਨੇ ਵੀ ਰੱਖ ਦਿੱਤੇ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਵੇਖੋ, ਇਹ ਤੇ ਫਿਰ ਜਦੋਂ ਜਿਹਨੂੰ ਯਾਦ ਕਰੋ ਆ ਹੀ ਜਾਂਦੀ ਹੈ ਜੀ। ਗੱਜ ਕੇ ਆਖੋ। ਮਹਾਰਾਜ ਸੱਚੇ ਪਾਤਸ਼ਾਹ ਕੋ ਬੇਅੰਤ ਹੁੰਦੀ ਹੈ, ਬੇਅੰਤ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਕੋ। ਮਹਾਰਾਜ ਸਾਰਾ ਹੀ ਖਰਚਾ ਕਰਦੇ ਹੈ ਜੀ। ਹਾਂਜੀ, ਗੁਰ ਘਰ ਕੋ ਬੜ ਖਰਚ ਨਿਤ, ਗਨ ਬ੍ਰਿਖੰਬਰ ਹੰਤੇ। ਇਹ ਬ੍ਰਿਖਬ ਕਹਿਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਬੜੇ ਬਲਦ ਵੀ ਰੱਖੇ ਆ, ਗੱਡੇ ਵੀ ਆ, ਉਦੋਂ ਟਰਾਂਸਪੋਰਟ ਇਹੋ ਹੀ ਸੀਗੀ। ਹਾਂਜੀ, ਖਰੇ ਤਬੇਲੇ ਹਯਨ ਕੇ, ਧਨ ਦੇਤ ਲਹੰਤੇ। ਤਬੇਲੇ 'ਚ ਬੜੇ ਬੜੇ ਘੋੜੇ ਖਲੋਤੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਖਰਚਾ ਜਿਹੜਾ ਹੈ ਉਹ ਵੀ ਧਿਆਨ ਰੱਖਦੇ ਆ। ਹਾਂਜੀ, ਸੇਵਾ ਹਿਤ ਸਭ ਪਸੁਨ ਕੇ, ਰਾਖੇ ਗਨ ਦਾਸਾ। ਤੇ ਪਸ਼ੂਆਂ ਵਾਸਤੇ ਵੀ ਸੇਵਾਦਾਰ ਗੁਰੂ ਅਰਜਨ ਦੇਵ ਜੀ ਨੇ ਰੱਖੇ ਆ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦਾ ਹੀ ਧਿਆਨ ਰੱਖਦੇ ਆ ਜੀ, ਸਾਰਿਆਂ ਦਾ ਹੀ ਧਿਆਨ ਰੱਖਦੇ ਆ। ਪਸ਼ੂਆਂ ਵਾਸਤੇ ਵੀ ਸੇਵਾਦਾਰ ਰੱਖੇ ਆ, ਉਹਨਾਂ ਨੂੰ ਵੀ ਕਿਸੇ ਚੀਜ਼ ਦੀ ਤੋਟ ਨਹੀਂ ਆਉਣੀ ਚਾਹੀਦੀ ਜੀ। ਹਾਂਜੀ, ਲੇਤ ਚਾਕਰੀ ਸਕਲ ਸੋ, ਪ੍ਰਾਪਤ ਧਨ ਰਾਸਾ। ਕਦੀ ਕਦੀ ਗੁਰੂ ਅਰਜਨ ਦੇਵ ਮਹਾਰਾਜ ਘੋੜੇ ਤੇ ਬਹਿ ਕੇ ਨਾ ਸੰਗਤ ਨੂੰ ਦਰਸ਼ਨ ਦੇਣ ਜਾਂਦੇ ਆ ਜੀ। ਤੇ ਭਾਗਾਂ ਵਾਲਾ ਹੋਏਗਾ ਉਹ ਘੋੜਾ ਜਿਹਦੇ ਉੱਤੇ ਗੁਰੂ ਅਰਜਨ ਦੇਵ ਜੀ ਸਵਾਰੀ ਕਰਦੇ ਹੋਣਗੇ ਜੀ। ਲੋਕ ਬੜੀਆਂ ਹੀ ਨਮਸਕਾਰਾਂ ਕਰਦੇ ਜੀ ਉਹਨੂੰ ਜੀ। ਉਹਨਾਂ ਲਈ ਵੀ ਬੰਦੇ ਰੱਖੇ, ਸੇਵਾਦਾਰ ਰੱਖੇ ਆ, ਰੁਜ਼ਗਾਰ ਮਿਲਦਾ ਸਾਰਿਆਂ ਨੂੰ ਜੀ। ਹਾਂਜੀ, ਅਪਰ ਥਾਨ ਜਿਸ ਕੇ ਨਹੀਂ, ਬਿਤ ਹਾਥ ਨ ਆਵੈ। ਹਾਂਜੀ, ਸੋ ਗੁਰ ਕੇ ਪੁਰ ਗਿਰ ਰਹੈ, ਨਿਤ ਭੋਜਨ ਖਾਵੈ। ਕਹਿੰਦੇ ਹੋਰ ਕਿਸੇ ਨੂੰ ਜੇ ਰੋਜੀ ਨਾ ਮਿਲੇ, ਉਹ ਗੁਰੂ ਅਰਜਨ ਸਾਹਿਬ ਕੋ ਆਉਂਦਾ ਤੇ ਮਹਾਰਾਜ ਉਹਦੀ ਰੋਜੀ ਦਾ ਪ੍ਰਬੰਧ ਕਰ ਦਿੰਦੇ ਆ ਜੀ। ਤੂੰ ਰੋਜ਼ ਆ ਸੇਵਾ ਕਰ ਲਿਆ ਕਰ ਤੇ ਤੈਨੂੰ ਮਾਇਆ ਦੇ ਦਿਆਂਗੇ। ਭਾਈ ਤੂੰ ਆ ਚੀਜ਼ ਵੇਚਿਆ ਕਰ, ਤੈਨੂੰ ਮਾਇਆ ਮਿਲ ਜਾ ਕਰੇਗੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਰੋਜੀ ਤੋਂ ਹੀ ਨਾ ਆਉਂਦਾ ਨਾ, ਗੁਰੂ ਅਰਜਨ ਦੇਵ ਸਾਹਿਬ ਉਹਦੀ ਰੋਜੀ ਦਾ ਵੀ ਪ੍ਰਬੰਧ ਕਰ ਦਿੰਦੇ ਆ ਜੀ। ਕਿ ਰੋਜੀ ਰਜਾਕੈ ਰਹੀਮੈ ਰਿਹਾਕੈ। ਹਾਂਜੀ, ਮਾਨ ਨਿਮਾਨਨ ਕੇ ਪ੍ਰਭੂ, ਬਹੁਤਾਨ ਨਿਤਾਣੇ। ਅੰਮ੍ਰਿਤਸਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਬੈਠੇ ਨੇ। ਕਹਿੰਦੇ ਜਿਨ੍ਹਾਂ ਦਾ ਕੋਈ ਮਾਣ ਨਹੀਂ ਨਾ ਹੈਗਾ, ਉਹਨਾਂ ਦੇ ਮਾਣ ਨੇ ਗੁਰੂ ਅਰਜਨ ਦੇਵ ਮਹਾਰਾਜ। ਤਾਣ ਆਸਰਾ, ਜਿਹਦਾ ਕੋਈ ਆਸਰਾ ਨਹੀਂ ਹੈਗਾ, ਗੁਰੂ ਅਰਜਨ ਸਾਹਿਬ ਉਹਦੇ ਆਸਰੇ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ,
ਖਾਏ ਗੁਰੂ ਕੇ ਸਦਨ ਤੇ ਮਾਨਹਿ ਹਰ ਭਾਣੇ। ਬੜਿਆਂ ਨੂੰ ਰੋਜੀ ਰੋਟੀ ਮਹਾਰਾਜ ਨੇ ਆਪਣੇ ਘਰ 'ਚ ਦਿੱਤੀ ਤੇ ਹੁਣ ਵੀ ਦੇ ਰਹੇ ਆ ਜੀ। ਸਾਡੇ ਵਰਗੇ ਪਲਦੇ ਹੀ ਗੁਰੂ ਘਰ ਤੋਂ ਹੈ ਜੀ। ਬੜਿਆਂ ਨੂੰ ਰੋਜੀ ਰੋਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀ, ਉਹ ਛਕਦੇ ਆ ਨਾਲੇ ਨਾਮ ਜਪਦੇ ਆ ਜੀ। ਹਾਂਜੀ, ਸਤਨਾਮ ਕੋ ਸਿਮਰਬੋ ਪਸਰਿਓ ਜਗ ਸਾਰੇ। ਇਸ ਤਰੀਕੇ ਨਾਲ ਵਾਹਿਗੁਰੂ ਜੀ ਦੇ ਸਿਮਰਨ ਦਾ ਬੜਾ ਵੱਡਾ ਪ੍ਰਤਾਪ ਮਹਾਰਾਜ ਨੇ ਫੈਲਾਇਆ। ਕੋਈ ਕਿਸੇ ਦੇਸ਼ ਤੋਂ ਵੀ ਆਇਆ, ਮਹਾਰਾਜ ਇੱਕੋ ਹੀ ਗੱਲ ਕਹਿੰਦੇ, ਭਾਈ ਜੇ ਜ਼ਿੰਦਗੀ ਦਾ ਕਲਿਆਣ ਕਰਾਉਣਾ ਤੇ ਨਾਮ ਜਪੋ ਤਗੜੇ ਹੋ ਕੇ। ਹਾਂਜੀ, ਭਗਤ ਕਰਹਿ ਮਿਲ ਸੰਗਤਾਂ ਗੁਰ ਸੁਜਸ ਉਚਾਰੇ। ਤੇ ਸੰਗਤਾਂ ਫਿਰ ਇਕੱਠੇ ਹੋ ਕੇ ਨਾ ਭਗਤੀ ਕਰਦੀਆਂ, ਨਾਮ ਜਪਦੀਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੀਆਂ ਜੀ। ਹਾਂਜੀ, ਤਜੈ ਬਿਕਾਰਨ ਕੋ ਹਿਰਦੇ ਗੁਣ ਗਨ ਉਪਜਾਵੈ। ਤੇ ਨਾਮ ਜਪ ਕੇ ਸੰਗਤ ਕਰਕੇ ਕਰਨਾ ਕੀ ਹੈ ਜੀ? ਆਪਣੇ ਅੰਦਰੋਂ ਵਿਕਾਰ ਕੱਢਦੀਆਂ ਸੰਗਤਾਂ ਜੀ। ਹਾਂਜੀ, ਤੇ ਗੁਰੂ ਜੀ ਦੇ ਗੁਣ ਜਿਹੜੇ ਆ ਵੇਖ ਵੇਖ ਕੇ ਆਪਣੇ ਹਿਰਦੇ 'ਚ ਵਸਾਉਂਦੀਆਂ ਜੀ। ਹਾਂਜੀ, ਸੁਨਹਿ ਉਚਾਰਹਿ ਕੀਰਤਨ ਪ੍ਰਭ ਪ੍ਰੀਤ ਲਗਾਵੈ। ਕਥਾ ਕਰਦੀਆਂ ਸੰਗਤਾਂ, ਕੀਰਤਨ ਹੁੰਦਾ ਹੈ, ਗੁਰੂ ਸਾਹਿਬ ਨਾਲ ਸੁਣ ਸੁਣ ਕੇ ਪਿਆਰ ਹੋਰ ਵੱਧਦਾ ਹੈ ਜੀ। ਹਾਂਜੀ, ਸਲਤਾ ਸੁੰਦਰ ਭਗਤ ਕੀ ਸਭ ਦੇਸ਼ ਬਿਥਾਰੀ। ਹਾਂਜੀ, ਸਭ ਮੀਨ ਨਹਿ ਤਜ ਸਕਹਿ ਸ਼ਰਦਾ ਬਰਬਾਰੀ। ਕਹਿੰਦੇ ਇੱਕ ਨਦੀ ਪੂਰੇ ਦੇਸ਼ ਵਿੱਚ ਫੈਲ ਜਾਵੇ ਤੇ ਕਿੱਥੇ ਕਿੱਥੇ ਜਾਂਦੀ। ਕਹਿੰਦੇ ਮਹਾਰਾਜ ਨੇ ਭਗਤੀ ਦੀ ਨਦੀ ਫੈਲਾ ਦਿੱਤੀ ਜੀ ਪੂਰੇ ਦੇਸ਼ 'ਚ। ਤੇ ਜਿਹੜੇ ਸਿੱਖ ਹੈ ਨਾ, ਉਸ ਨਦੀ ਦੀਆਂ ਮੱਛਲੀਆਂ ਨੇ ਕਹਿਣ ਲੱਗੇ, ਉਹਦੇ ਵਿੱਚ ਆਨੰਦ ਲੈਂਦੇ ਆ ਭਗਤੀ ਦੀ ਨਦੀ ਵਿੱਚ। ਹਾਂਜੀ, ਸਦਗੁਣ ਕਮਲ ਪ੍ਰਫੁੱਲਿਤ ਜਨ ਗਨ ਜਲ ਜਨਤਾ। ਕਹਿਣ ਲੱਗੇ ਚੰਗੇ ਗੁਣ ਕਮਲ ਫੁੱਲ ਉੱਗੇ ਹੋਏ ਨੇ ਵਿੱਚ। ਕਹਿਣ ਲੱਗੇ ਹਰ ਇੱਕ ਨੂੰ ਸੁੱਖ ਦੇਣ ਵਾਲੇ, ਆਨੰਦ ਦੇਣ ਵਾਲੇ ਸੇਵਕ ਜਿਹੜੇ ਆ, ਉਹ ਜਲ ਜੀਵਾਂ ਵਰਗੇ, ਜਲ 'ਚ ਹੋਰ ਵੀ ਬੜੇ ਜੀਵ ਹੁੰਦੇ ਆ। ਹਾਂਜੀ, ਭ੍ਰਮ ਬੇਮੁਖਤਾ ਕੂਲ ਦਵੈ ਸੰਸੇ ਤਰ ਹੰਤਾ। ਤੇ ਭਰਮ ਤੇ ਸੰਸਾ, ਬੇਮੁਖਤਾ, ਇਹਦੇ ਜਿਹੜੇ ਕਿਨਾਰੇ ਆ ਨਾ, ਉਹ ਨਾਸ਼ ਹੀ ਕਰ ਦਿੱਤੇ ਮਹਾਰਾਜ ਨੇ ਜੀ। ਇਹ ਸੰਗਤ ਜੀ ਜਿੰਨੀ ਗੱਲ ਸੁਣੀ ਤੁਸੀਂ ਕਹਿਣਾ ਸਾਨੂੰ ਸਮਝ ਨਹੀਂ ਆਈ, ਨਦੀ, ਮੱਛੀ, ਜਲ ਜੀਵ, ਇਹ ਤਾਂ ਪਤਾ ਹੀ ਨਹੀਂ ਲੱਗਾ ਤੂੰ ਕੀ ਬੋਲ ਗਿਆ। ਗੱਜ ਕੇ ਆਖੋ ਵਾਹਿਗੁਰੂ। ਤੇ ਸੌਖੀ ਜੀ ਬੇਨਤੀ ਕਰ ਦੇਣਾ ਜੀ, ਜਦੋਂ ਬੰਦਾ ਭਗਤੀ ਕਰਦਾ ਨਾ ਜੀ, ਤੇ ਚੰਗੇ ਗੁਣ ਆਪੇ ਹੀ ਆਉਣ ਲੱਗ ਪੈਂਦੇ ਆ ਜੀ। ਹਾਂਜੀ, ਬੜੇ ਲੋਕ ਐਸੇ ਆ ਜਿਹੜੇ ਕਹਿੰਦੇ ਬਾਣੀ ਪੜ੍ਹਨ ਦੀ ਲੋੜ ਨਹੀਂ ਹੈ, ਗੁਰਮੰਤਰ ਜਪਣ ਦੀ ਲੋੜ ਨਹੀਂ, ਗੁਣ ਪੈਦਾ ਕਰੋ। ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਪੰਕਤੀ ਨੂੰ ਆਧਾਰ ਬਣਾ ਲੈਂਦੇ ਆ। ਪਰ ਚੇਤਾ ਰੱਖਿਓ, ਬੜਾ ਬੰਦਾ ਆਪਣੇ ਆਪ ਨੂੰ ਗੁਣਵਾਨ ਸਮਝਦਾ ਹੋਵੇ ਤੇ ਰੱਬ ਨੂੰ ਭੁਲਾ ਬੈਠਾ ਹੋਵੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਗੁਣ ਗਲ ਜਾਂਦੇ ਜੇ ਉਹਦੇ ਜੀ। ਹਰ ਬਿਸਰਤ ਤੇਰੇ ਗੁਣ ਗਲਿਆ। ਗੱਜ ਕੇ ਆਖੋ ਬੜੇ ਬੜੇ ਗੁਣ। ਬੜਾ ਸੱਚਵਾਦੀ ਬੰਦਾ ਜੀ, ਨਾਮ ਨਹੀਂ ਜਪਦਾ, ਇੱਕ ਦਿਨ ਉਹ ਗੁਣ ਗਲ ਜਾਏਗਾ ਜੀ ਉਹਦਾ ਜੀ। ਜਿੰਨੇ ਗੁਣ ਨੇ ਨਾ, ਇਹ ਨਾਮ ਜਪਣ ਨਾਲ ਅੰਦਰ ਟਿਕਦੇ ਆ ਜੀ। ਅੰਦਰ ਥਾਂ ਵੀ ਤਾਂ ਚਾਹੀਦੀ ਹੈ ਨਾ ਜੀ। ਤੇ ਜਦੋਂ ਤੁਸੀਂ ਚੌਂਕੜੀ ਮਾਰ ਕੇ ਬਾਣੀ ਪੜ੍ਹੋਗੇ, ਨਾਮ ਜਪੋਗੇ, ਅੱਧਾ ਘੰਟਾ, ਪੌਣਾ ਘੰਟਾ, 1 ਘੰਟਾ ਗੁਰਮੰਤਰ ਤੇ ਲਾਓਗੇ, ਫਿਰ ਗੁਣ ਟਿਕਣਗੇ ਜੀ, ਟਿਕਣਗੇ ਅੰਦਰ ਜੀ। ਤੇ ਇਕੱਲੇ ਗੁਣ ਹੀ ਨਹੀਂ ਟਿਕਦੇ ਸੰਗਤ ਜੀ, ਫਿਰ ਸੰਸ਼ੇ, ਭਰਮ ਤੇ ਬੇਮੁਖਤਾ ਦੇ ਕਿਨਾਰੇ ਜਿਹੜੇ ਨਾ, ਉਹ ਬੰਦੇ ਦੀ ਜ਼ਿੰਦਗੀ ਚੋਂ ਦੂਰ ਹੀ ਹੋ ਜਾਂਦੇ ਆ ਜੀ। ਨਾਮ ਜਪਣ ਵਾਲੇ ਬੰਦੇ ਨੂੰ ਸ਼ੰਕਾ ਨਹੀਂ ਚ ਪੈਦਾ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਆਮ ਬੰਦੇ ਨੂੰ ਸ਼ੰਕੇ ਪੈਦਾ ਹੁੰਦੇ ਜੀ। ਨਾਮ ਜਪਣ ਵਾਲਾ ਜਿਹੜਾ ਟਿਕਿਆ ਹੋਇਆ ਨਾ ਜੀ, ਨਾਮ ਉਹਦੇ ਸ਼ੰਕੇ ਹੱਲ ਕਰੀ ਜਾਂਦਾ ਜੀ। ਬੇਮੁਖਤਾ, ਬੇਮੁਖ ਹੋਣਾ ਜੀ। ਨਾਮ ਜਪਣ ਵਾਲਾ ਬੰਦਾ ਜਿਹੜਾ, ਉਹ ਬੇਮੁਖਤਾਈ ਤੋਂ ਵੀ ਦੂਰ ਹੋ ਜਾਂਦਾ ਜੀ। ਭਰਮ ਪੈਦਾ ਹੋ ਜਾਣਾ ਜੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦੀਆਂ ਜੀ। ਸ਼ੰਕਾ, ਭਰਮ ਤੇ ਬੇਮੁਖਤਾਈ ਰੱਬ ਤੋਂ ਦੂਰ ਲੈ ਜਾਂਦੀਆਂ। ਪਰ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਆ ਨਾਮ, ਤੇ ਜਦੋਂ ਬਖਸ਼ ਦਿੱਤਾ ਨਾ ਨਾਮ, ਉਦੋਂ ਫਿਰ ਸ਼ੰਕਾ, ਭਰਮ, ਬੇਮੁਖਤਾਈ ਦੂਰ ਹੋ ਗਈ ਜੀ।
ਗੁਰੂ ਅਰਜਨ ਦੇਵ ਜੀ ਆਪ ਇੱਕ ਥਾਂ ਤੇ ਸ਼ਬਦ 'ਚ ਲਿਖਦੇ, ਕਹਿੰਦੇ ਮੈਨੂੰ ਗੁਰੂ ਰਾਮਦਾਸ ਜੀ ਨੇ ਨਾਮ ਦੀ ਦਾਤ ਦਿੱਤੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਧਿਆਨ ਨਾਲ ਸੁਣਿਓ ਸੰਗਤ ਜੀ। ਵਾਹਿਗੁਰੂ 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 ਜਪਣਾ ਬੜੀ ਚੰਗੀ ਗੱਲ ਹੈ, ਪਰ ਚੇਤਾ ਰੱਖਿਓ ਕੁਝ ਜੀਵ ਐਸੇ ਹੁੰਦੇ ਜਿਨ੍ਹਾਂ ਤੇ ਖੁਸ਼ ਹੋ ਕੇ ਮਹਾਰਾਜ ਨਾਮ ਦੀ ਦਾਤ ਦਿੰਦੇ ਹੈ ਜੀ। ਕਹਿੰਦੇ ਮੈਨੂੰ ਮਹਾਰਾਜ ਨੇ ਨਾਮ ਦੀ ਦਾਤ ਦਿੱਤੀ ਹੈ, ਹੁਣ ਮੈਂ ਆਨੰਦ 'ਚ ਹੈਗਾ। ਕਹਿਣ ਲੱਗੇ ਸ਼ਬਦ ਸੁਣ ਲਓ, ਸਤਿਗੁਰ ਪੂਰੈ ਨਾਮ ਦੀਆ, ਆਨੰਦ ਮੰਗਲ ਕਲਿਆਣ ਸਹਿਜ ਧੁਨ ਕਾਰਜ ਸਗਲਾ ਰਾਸ ਥੀਆ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਕਹਿੰਦੇ ਮੈਨੂੰ ਨਾਮ ਦੇਤਾ ਨਾ, ਮੇਰੇ ਅੰਦਰ ਆਨੰਦ ਬਣ ਗਿਆ ਜੀ। ਉੱਦਾਂ ਬੰਦਾ ਜਪਦਾ, ਜਪੀ ਚੱਲੇ, ਬਹੁਤਾ ਲਾਭ ਨਹੀਂ ਹੁੰਦਾ ਜੀ। ਜਦੋਂ ਮਿਲ ਜਾਂਦਾ ਨਾ ਜੀ, ਗੁਰੂ ਜੀ ਕਿਰਪਾ ਕਰਦੇ ਹੈ, ਹਿਰਦੇ ਵਿੱਚ ਵਸਦਾ ਹੈ ਨਾਮ, ਫਿਰ ਵੇਖਿਓ ਨਾਮ ਦੇ ਨਜ਼ਾਰੇ ਜੀ, ਫਿਰ ਬੜੇ ਨਜ਼ਾਰੇ ਆਏ ਜੀ। ਬੇਮੁਖਤਾਈ ਸ਼ੰਕੇ ਭਰਮ, ਇਹ ਸਭ ਕਹਿਣ ਲੱਗੇ ਜਿਵੇਂ ਧਰਤੀ ਤੇ ਰੁੱਖ ਉੱਗੇ ਹੁੰਦੇ ਆ ਨਾ, ਬੰਦੇ ਦੇ ਅੰਦਰ ਇਹਦੇ ਰੁੱਖ ਹੈਗੇ ਆ। ਕਹਿਣ ਲੱਗੇ ਇੱਕ ਬੇਮੁਖਤਾਈ ਦਾ ਰੁੱਖ ਹੈਗਾ ਜੀ, ਇੱਕ ਸੰਸਿਆਂ ਦਾ ਰੁੱਖ ਹੈਗਾ ਜੀ। ਜੇ ਤੇ ਭਗਤੀ ਹੋਵੇ ਤਾਂ ਉਹ ਰੁੱਖ ਵੱਢਿਆ ਜਾਂਦਾ ਜੇ, ਨਹੀਂ ਤੇ ਉਹ ਰੁੱਖ ਦਿਨੋਂ ਦਿਨ ਵੱਧਦੇ ਜਾਂਦੇ ਜੀ, ਦਿਨੋਂ ਦਿਨ ਵੱਧਦੇ ਜਾਂਦੇ ਹੈ। ਤੇ ਫਿਰ ਇਹ ਰੁੱਖ ਬੰਦੇ ਨੂੰ ਬਹੁਤ ਦੂਰ ਲੈ ਜਾਂਦੇ ਜੀ, ਬਹੁਤ ਦੂਰ ਲੈ ਜਾਂਦੇ ਜੀ। ਸੋ ਮਹਾਰਾਜ ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿੰਦੇ ਭਗਤੀ ਦੀ ਦਾਤ ਦਿੱਤੀ ਆਪਣੇ ਸਿੱਖਾਂ ਨੂੰ, ਉਹਨਾਂ ਦੇ ਅੰਦਰੋਂ ਇਹੋ ਜਿਹੀਆਂ ਚੀਜ਼ਾਂ ਕੱਢ ਹੀ ਦਿੱਤੀਆਂ। ਗੱਜ ਕੇ ਆਖੋ ਵਾਹਿਗੁਰੂ। ਉਹ ਤੁਸੀਂ ਸੁਣਿਆ ਨਾ ਭਾਈ ਬਹਿਲੋ ਜੀ ਦਾ ਜੀਵਨ। ਭਾਈ ਬਹਿਲੋ ਜੀ ਬੇਮੁਖ ਸਨ ਪਹਿਲਾਂ ਜੀ। ਜਦੋਂ ਗੁਰੂ ਜੀ ਦੇ ਕੋਲ ਆਏ, ਮਹਾਰਾਜ ਨੇ ਪਾਈ ਦ੍ਰਿਸ਼ਟੀ ਤੇ ਬੇਮੁਖਤਾਈ ਦਾ ਰੁੱਖ ਹੀ ਪੁੱਟ ਸੁੱਟਿਆ ਅੰਦਰੋਂ ਜੀ। ਕਈ ਰੁੱਖ ਛੇਤੀ ਪੁੱਟੇ ਜਾਂਦੇ ਤੇ ਕਈਆਂ ਨੂੰ ਟਾਈਮ ਲੱਗਦਾ ਜੀ। ਹਾਂਜੀ, ਸਭ ਤੋਂ ਵੱਡਾ ਜਿਹੜਾ ਰੁੱਖ ਉਹ ਹਉਮੈ ਦਾ ਹੈਗਾ ਜੀ, ਇਹਨੂੰ ਪੁੱਟਦਿਆਂ ਸਮਾਂ ਲੱਗਦਾ ਜੀ, ਉਖੜਦਿਆਂ ਸਮਾਂ ਲੱਗਦਾ ਜੀ, ਪਰ ਮਹਾਰਾਜ ਉਖਾੜ ਦਿੰਦੇ ਜੀ ਅੰਦਰੋਂ। ਹਾਂਜੀ। ਬ੍ਰਹਮ ਗਿਆਨ ਸਾਗਰ ਮਹਾ, ਤਿਸ ਕੋ ਸਮੁਹਾਈ। ਹਾਂਜੀ। ਪ੍ਰਾਪਤ ਸਭ ਥਲ ਮਹਿ ਸੁਗਮ, ਸੁਰਗਨ ਕੋ ਭਾਈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਬ੍ਰਹਮ ਗਿਆਨ ਦਾ ਸਮੁੰਦਰ ਹੀ ਬਖਸ਼ਿਸ਼ ਕਰ ਦਿੱਤਾ ਸਿੱਖਾਂ ਨੂੰ ਜੀ, ਜਿਹਦੇ ਨਾਲ ਬੰਦੇ ਦੀ ਤੇ ਗਤੀ ਹੋਣੀ ਹੈ। ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਉਹਨਾਂ ਦੀ ਵੀ ਗਤੀ ਹੋ ਗਈ ਜੀ। ਗੁਰੂ ਅਰਜਨ ਦੇਵ ਜੀ ਤੇ ਬੜੇ ਵੱਡੇ ਆ ਨਾ, ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦੇ ਦਰਸ਼ਨ ਕੀਤੇ, ਉਹ ਵੀ ਤਰ ਗਏ ਜੀ। ਨਾਮ ਸੁਣ ਲਓ, ਬਾਬਾ ਜੀ, ਬਾਬਾ ਭਾਈ ਮੰਝ ਸਾਹਿਬ ਜੀ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਨੂੰ ਧੰਨ ਆਖਿਆ, ਉਹ ਵੀ ਤਰ ਗਏ ਜੀ। ਹਾਂਜੀ। ਕੌਣ ਕੌਣ ਗੁਰ ਗੁਰੂ ਕੇ, ਕਬ ਬਰਨ ਸੁਨਾਵੈ। ਫਿਰ ਪੜੋ। ਕੌਣ ਕੌਣ ਗੁਣ ਗੁਰੂ ਕੇ, ਕਬ ਬਰਨ ਸੁਨਾਵੈ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ ਮੈਂ ਗੁਰੂ ਅਰਜਨ ਦੇਵ ਜੀ ਦੇ ਕਿਹੜੇ ਕਿਹੜੇ ਗੁਣ ਤੁਹਾਨੂੰ ਦੱਸਾਂ। ਕਹਿਣ ਲੱਗੇ ਕਿਹੜੇ ਕਿਹੜੇ ਗੁਣ ਦੱਸਾਂ। ਗੁਰੂ ਅਰਜਨ ਦੇਵ ਜੀ ਵਿੱਚ ਬੜੇ ਹੀ ਗੁਣ ਨੇ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕੋਈ ਮਹਾਰਾਜ ਦੇ ਪੂਰੇ ਗੁਣ ਨਹੀਂ ਜਾਣ ਸਕਦਾ ਜੀ। ਮਹਾਰਾਜ ਬਾਣੀ ਚ ਕਹਿੰਦੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਨਾਲੇ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰੋ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਕਿੱਡੇ ਵੱਡੇ ਗੁਣ ਨੇ। ਤੁਸੀਂ ਹੁਣੇ ਸੁਣਿਆ ਨਾ, ਪਸ਼ੂਆਂ ਦਾ ਵੀ ਮਹਾਰਾਜ ਧਿਆਨ ਰੱਖਦੇ ਜੀ। ਪਸ਼ੂ ਪ੍ਰੇਤ ਮੁਕਤ ਕੋ ਤਾਰੇ, ਮਹਾਰਾਜ ਪਸ਼ੂਆਂ ਦਾ ਵੀ ਧਿਆਨ ਰੱਖਦੇ ਜੀ।
ਕਵੀ ਸੰਤੋਖ ਸਿੰਘ ਜੀ ਨੇ ਤੇ ਕੱਲਾ ਪਸ਼ੂਆਂ ਦੀ ਗੱਲ ਕੀਤੀ ਨਾ। ਬਾਣੀ ਕਹਿੰਦੀ ਹੈ ਗੁਰੂ ਜੀ ਪ੍ਰੇਤਾਂ ਨੂੰ ਵੀ ਤਾਰਦੇ ਨੇ ਜੀ, ਜਿਹੜੇ ਆਮ ਬੰਦੇ ਨੂੰ ਵੇਖਦੇ ਹੀ ਨਹੀਂ ਜੀ। ਮੁਗਧ, ਇੱਕ ਹੁੰਦਾ ਮੂਰਖ ਤੇ ਇੱਕ ਹੁੰਦਾ ਮੁਗਧ ਜੀ। ਮੂਰਖ ਨੂੰ ਤੇ ਹੋ ਸਕਦਾ ਸਮਝਾਇਆ ਸਮਝ ਆ ਜੇ ਜੀ। ਕਈ ਬੰਦੇ ਮੁਗਧ ਹੁੰਦੇ, ਉਹਨਾਂ ਨੂੰ ਜਿੰਨੇ ਮਰਜ਼ੀ ਬੰਦੇ ਸਮਝਾ ਲੈਣ, ਜਿੰਨਾ ਚਿਰ ਤੱਕ ਆਪਣਾ ਨੁਕਸਾਨ ਨਹੀਂ ਕਰਾਉਂਦੇ ਉਹ ਸਮਝਦੇ ਹੀ ਨਹੀਂ ਜੀ। ਤੇ ਕਈ ਇਹੋ ਜਿਹੇ ਮੁਗਧ ਨੇ ਨੁਕਸਾਨ ਹੋਣ ਤੋਂ ਬਾਅਦ ਵੀ ਨਹੀਂ ਸਮਝਦੇ ਜੀ। ਕਹਿੰਦੇ ਸੱਚੇ ਪਾਤਸ਼ਾਹ, ਗਰੀਬ ਨਵਾਜ ਮਹਾਰਾਜ, ਤੁਸੀਂ ਤੇ ਮੁਗਧਾਂ ਨੂੰ ਵੀ ਤਾਰ ਦਿੰਦੇ ਹੋ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਕਿਉਂ ਗਾਵਤੇ ਉਧਰੇ, ਸੁਣਤੇ ਉਧਰੇ, ਬਿਨਸਹਿ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਸ਼ੇਖ ਸ਼ਾਰਦਾ ਕਹਿਨ ਤੇ ਮਨ ਮਹਿ ਸਕ ਚਾਵੈ। ਕਹਿਣ ਲੱਗੇ ਸੱਚ ਤੇ ਇਹ ਹੈ, ਸ਼ੇਸ਼ ਨਾਗ ਤੇ ਸ਼ਾਰਦਾ ਵੀ ਗੁਰੂ ਜੀ ਦੇ ਪੂਰੇ ਗੁਣ ਨਹੀਂ ਕਹਿ ਸਕਦੇ ਜੀ। ਇੰਨੇ ਵੱਡੇ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਗੁਣ ਨੇ ਜੀ, ਇੰਨੇ ਜ਼ਿਆਦਾ ਗੁਣ ਨੇ। ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਰਹਿਮਤਾਂ ਹੀ ਰਹਿਮਤਾਂ, ਖੁਦ ਹੈ ਹੀ ਰੱਬ ਨੇ ਜੀ। ਰੱਬ ਵਾਲੇ ਸਾਰੇ ਗੁਣ ਹੀ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਹਨ। ਹਾਂਜੀ। ਦੋਹਰਾ ਨਰ ਤਨ ਸਾਂਗੀ ਜਿਮ ਤਰਿਓ, ਕਰਹਿ ਨਿਬਾਹਨ ਸੋਏ। ਕਹਿੰਦੇ ਜਿਵੇਂ ਸਾਂਗ ਕਰਨ ਵਾਲੇ ਕਿਸੇ ਮਨੁੱਖ ਦਾ ਰੋਲ ਅਦਾ ਕਰਦੇ ਆ, ਇਸੇ ਤਰ੍ਹਾਂ ਹੈ ਤੇ ਗੁਰੂ ਅਰਜਨ ਸਾਹਿਬ ਰੱਬ, ਪਰ ਮਨੁੱਖ ਵਾਲਾ ਰੋਲ ਨਿਭਾ ਰਹੇ ਆ ਜੀ। ਹਾਂਜੀ। ਰੂਪ ਦਰਾਵੈ ਪ੍ਰਥਮ ਕੋ, ਕਵ ਸੰਤੋਖ ਸਿੰਘ ਜੋਏ। ਕਵੀ ਸੰਤੋਖ ਸਿੰਘ ਕਹਿੰਦੇ ਆ ਸੱਚੇ ਪਾਤਸ਼ਾਹ ਮਹਾਰਾਜ, ਠੀਕ ਹੈ ਤੁਸੀਂ ਆਪਣਾ ਅੰਦਰ ਵਾਲਾ ਰੂਪ ਲੁਕਾ ਕੇ ਰੱਖਦੇ, ਪਰ ਲੁਕੇ ਨਹੀਂ ਰਹਿਣਾ ਮਹਾਰਾਜ। ਤੁਸੀਂ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਅਰਥ 'ਚ ਫਰਕ ਪੈ ਗਿਆ, ਮੇਰੇ ਕੋਲ ਵਿਸ਼ਰਾਮ ਗਲਤ ਲੱਗ ਗਿਆ ਜੀ। ਇਹ ਜਿਹੜੀਆਂ ਛੋਟੀਆਂ ਪੰਕਤੀਆਂ ਹੁੰਦੀਆਂ ਨਾ ਜੀ, ਇਹਨਾਂ ਦੇ ਵਿਸ਼ਰਾਮ ਬੜੇ ਮਹਿੰਗੇ ਹੁੰਦੇ ਜੀ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਗੱਜ ਕੇ ਆਖੋ ਵਾਹਿਗੁਰੂ। ਰੱਬ ਦਾ ਭਗਤ ਪ੍ਰਗਟ ਹੈ, ਛਪ ਨਹੀਂ ਸਕਦਾ ਜੀ। ਸੋ ਕਵੀ ਸੰਤੋਖ ਸਿੰਘ ਕਹਿੰਦੇ ਮਹਾਰਾਜ ਤੁਹਾਡੇ ਅੰਦਰ ਵਾਲੇ ਰੂਪ ਨੂੰ ਕੋਈ ਲੁਕਾ ਨਹੀਂ ਸਕਦਾ। ਹਾਂਜੀ। ਨਿਤ ਪ੍ਰਤਾਪ ਅਰਸ ਜਸ ਕੋ, ਸੁਨ ਸੁਨ ਪ੍ਰਿਥੀ ਆਕਾਨ। ਵੇਖੋ ਹੁਣ ਦੂਜੀ ਪਾਲਟੀ ਵੀ ਨਾਲ ਹੀ ਤੁਰੀ ਆਉਂਦੀ ਹੈ ਨਾ। ਆਖੋ ਮਹਾਰਾਜ ਵਿੱਚ ਤਾਂ ਬੜੇ ਗੁਣ ਨੇ, ਬੜੇ ਗੁਣ ਨੇ, ਬੜੀਆਂ ਬਖਸ਼ਿਸ਼ਾਂ ਨੇ। ਫਿਰ ਗੁਰੂ ਜੀ ਦਾ ਪ੍ਰਤਾਪ ਰੋਜ਼ ਵੱਧ ਰਿਹਾ ਜੀ, ਦਿਨੋਂ ਦਿਨ ਵੱਧ ਰਿਹਾ ਜੀ। ਬਾਬਾ ਪ੍ਰਿਥੀਆ ਵੱਡਾ ਹੈ ਜੀ, ਉਹ ਰੋਜ਼ ਸੁਣ ਸੁਣ ਕੇ ਤੇ ਦੁਖੀ ਹੁੰਦੇ ਰਹਿੰਦੇ ਆ ਜੀ। ਹਾਂਜੀ। ਬਹੁਤ ਬੇਸੂਰਤ ਦੁਖਤ ਹੈ, ਰੁਚੇ ਨ ਭੋਜਨ ਖਾਨ। ਬਹੁਤ ਦੁਖੀ ਹੁੰਦੇ ਆ, ਝੂਰਦੇ ਆ, ਤੇ ਬਾਬਾ ਪ੍ਰਿਥੀਆ ਜੀ ਦਾ ਰੋਟੀ ਖਾਣ ਨੂੰ ਨਹੀਂ ਜੀ ਕਰਦਾ ਜੀ। ਈਰਖਾ ਇੰਨੀ ਜ਼ਿਆਦਾ ਪ੍ਰਬਲ ਹੋ ਗਈ ਜੀ ਵੀ ਇਹਨਾਂ ਦੇ ਇੰਨੇ ਗੁਣ ਕਿਉਂ, ਇਹਨਾਂ ਦੀਆਂ ਇੰਨੀਆਂ ਸਿਫਤਾਂ ਕਿਉਂ ਹੁੰਦੀਆਂ ਨੇ। ਹਾਂਜੀ। ਸਵਈਆ ਛੰਦ ਸੁਜਸ ਗੁਰੂ ਕੋ ਕ੍ਰਿਤ ਸਮ ਜਾਨਹੁ, ਪ੍ਰਿਥਿਆ ਜਰੈ ਹੁਤਾਹਨ ਹੋਏ। ਕਹਿਣ ਲੱਗੇ ਭਾਈ ਪ੍ਰਿਥਿਆ ਜੀ, ਬਾਬਾ ਪ੍ਰਿਥਿਆ ਜੀ ਦੇ ਅੰਦਰ ਅਗਨੀ ਹੈ ਈਰਖਾ ਦੀ, ਤੇ ਜਦੋਂ ਕੋਈ ਮਹਾਰਾਜ ਦੀ ਸਿਫਤ ਕਰ ਦਿੰਦਾ ਨਾ ਬਾਬਾ ਪ੍ਰਿਥਿਆ ਜੀ, ਮਹਾਰਾਜ ਤੇ ਬੜੇ ਗੁਣਵਾਨ, ਬੜਾ ਵੱਡਾ ਲੰਗਰ ਲਾਉਂਦੇ ਆ, ਉਹ ਉਸ ਅੱਗ 'ਚ ਕਿਉਂ ਪੈ ਜਾਂਦਾ ਜੀ, ਉਹ ਹੋਰ ਦੁਖੀ ਹੋ ਜਾਂਦੇ ਜੀ। ਹਾਂਜੀ। ਗੁਰ ਕੀਰਤ ਬਰਖਾ ਜਿਮ ਪਾਵਸ, ਰਿਦਾ ਜਵਾਸੋ ਜਰ ਜਰ ਖੋਏ। ਜਿਵੇਂ ਸਾਧ ਸੰਗਤ ਜੀ ਮੀਂਹ ਪੈਣ ਦੇ ਨਾਲ ਕਈ ਵਾਰੀ ਘਾਹ ਪਦਾਰਥ ਸੜ ਵੀ ਜਾਂਦੇ ਜੀ, ਕਈ ਥਾਵਾਂ ਤੇ ਐਸਾ ਹੁੰਦਾ ਜੀ। ਮਹਾਰਾਜ ਦੀ ਕੀਰਤੀ ਤਾਂ ਮੀਂਹ ਹੈ, ਪਰ ਬਾਬਾ ਜੀ ਦਾ ਹਿਰਦਾ ਦੂਜਾ ਜੀ। ਹਾਂਜੀ। ਚਿੰਤਾ ਸਲਤਾ ਕਰਹਿ ਬਧਾਵਨ, ਬਹਿਓ ਜਾਤ ਮਨ ਥਿਰਹਿ ਨਾ ਕੋਏ। ਬਸ ਉਹਨਾਂ ਨੂੰ ਸੁਣ ਸੁਣ ਕੇ ਚਿੰਤਾ ਵਧੀ ਜਾਂਦੀ ਜੀ, ਉਹ ਬੜੇ ਦੁਖੀ ਹੁੰਦੇ ਆ, ਮਨ ਟਿਕਦਾ ਹੀ ਨਹੀਂ ਜੀ ਉਹਨਾਂ ਦਾ।
ਹਾਂਜੀ। ਸੰਕਟ ਨੀਰ ਵਦਹਿ ਨਿਤ ਪ੍ਰਤਹੀ ਤਟ ਨ ਚਿੰਤ ਨਹਿ ਪਾਵਤ ਸੋਏ। ਬਸ ਸੰਕਟ ਵਧੀ ਜਾਂਦਾ, ਮਹਾਰਾਜ ਦਾ ਜਸ ਜਿਹੜਾ ਉਹ ਵੀ ਵਧੀ ਜਾਂਦਾ, ਤੇ ਬਾਬਾ ਪ੍ਰਿਥੀਆ ਜੀ ਦਾ ਅੰਦਰ ਦਾ ਦਵੈਸ਼ ਵੀ ਵਧੀ ਜਾਂਦਾ ਜੀ। ਉਹਨਾਂ ਦਾ ਮਨ ਟਿਕਾਓ ਵਿੱਚ ਨਹੀਂ ਆਉਂਦਾ ਜੀ। ਇਹ ਸੰਗਤ ਜੀ ਰੱਬ ਨੇ ਉੱਤੋਂ ਹੀ ਸੁਭਾਅ ਬਖਸ਼ੇ ਹੁੰਦੇ ਆ, ਨਹੀਂ ਤੇ ਹੈ ਤੇ ਗੁਰੂ ਰਾਮਦਾਸ ਜੀ ਦੇ ਪੁੱਤਰ ਹੀ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਬੰਦੇ ਦੇ ਸੁਭਾਅ ਹੁੰਦੇ ਨੇ ਜੀ। ਹਾਂਜੀ। ਹੇਰ ਹੇਰ ਪਤ ਕੋ ਮੁਖ ਕਰਮੋ ਧੀਰਜ ਦੇਤ ਨਾ ਕਰੀਐ ਹੈ ਚਿੰਤ। ਉਧਰੋਂ ਬੀਬੀ ਕਰਮੋ ਸਮਝਾਇਆ ਕਰੇ। ਬੀਬੀ ਕਰਮੋ ਬਾਬੇ ਪ੍ਰਿਥੀਏ ਦੀ ਘਰ ਵਾਲੀ ਹੈ। ਉਹ ਕਿਹਾ ਕਰੇ ਪਤੀ ਜੀ ਚਿੰਤਾ ਨਾ ਕਰੋ, ਪਰ ਬਾਬੇ ਪ੍ਰਿਥੀਏ ਦਾ ਮੂੰਹ ਹਰ ਵਕਤ ਗਮਗੀ ਨਹੀਂ ਹੋਇਆ ਰਹਿੰਦਾ ਜੀ। ਹਾਂਜੀ। ਤਨ ਕੋ ਭਖਿਅਤ ਹੈ ਨਿਸ ਦਿਨ ਮਹਿ ਅਤ ਦੁਰਲਭਤਾ ਤੁਮਹਿ ਕਰੰਤ। ਉਹ ਕਹਿਣ ਲੱਗੀ ਕਮਜ਼ੋਰ ਹੋ ਗਏ ਹੋ, ਸਰੀਰ ਤੁਹਾਡਾ ਕਮਜ਼ੋਰ ਹੋ ਰਿਹਾ, ਤੁਹਾਨੂੰ ਚਿੰਤਾ ਲੱਗ ਗਈ ਹੈ। ਹਾਂਜੀ। ਰੁਚ ਸੋ ਖਾਨ ਪਾਨ ਨਹਿ ਕਰਤੇ ਉਰਕੋ ਹਰਖ ਮਹਾਨਿਤ ਹੰਤ। ਰੁਚੀ ਨਾਲ ਖਾਂਦੇ ਪੀਂਦੇ ਵੀ ਨਹੀਂ ਹੋ ਤੁਸੀਂ, ਫਿਰ ਹਿਰਦਾ ਤੁਹਾਡਾ ਕਦੀ ਮੈਂ ਖੁਸ਼ ਵੇਖਿਆ ਹੀ ਨਹੀਂ ਕਹਿਣ ਲੱਗੀ। ਇੰਨੇ ਦੁਖੀ ਕਿਉਂ ਹੁੰਦੇ ਜੇ ਸੰਗਤ ਜੀ? ਇਹ ਨਾ ਮਹਾਰਾਜ ਨੇ ਆਪ ਹੀ ਖੇਡ ਵਰਤਾਈ ਹੈ ਕਿ ਭਾਈ ਜੇ ਤੇ ਗੁਣ ਵਧਣੇ ਆ ਉਹਦਾ ਤੇ ਵਧਣਾ ਪ੍ਰਤਾਪ, ਤੇ ਜੇ ਬੰਦਾ ਕਰੇਗਾ ਉਹਦੇ ਨਾਲ ਈਰਖਾ ਤੇ ਉਹ ਹੋਏਗਾ ਕਮਜ਼ੋਰ ਜੀ। ਹਾਂਜੀ। ਚਿੰਤਾ ਸਮ ਬੈਰੀ ਨਹਿ ਦੂਸਰ ਅੰਤਰ ਬਰ ਕੈ ਦੁਖ ਬਰ ਦੰਤ। ਉਹ ਕਹਿਣ ਲੱਗੀ ਵੀ ਮੈਨੂੰ ਪਤਾ ਵੀ ਮਹਾਰਾਜ ਦਾ ਜਸ ਵਧੀ ਜਾਂਦਾ, ਤੁਸੀਂ ਅੰਦਰ ਵੜੇ ਹੋਏ ਹੋ, ਤੁਹਾਨੂੰ ਪੁੱਛਣ ਕੋਈ ਨਹੀਂ ਦਿਆ, ਤੇ ਹੁਣ ਉਹ ਹੀ ਨੇ। ਪਰ ਉਹਨੇ ਫਿਰ ਵੀ ਕਿਹਾ ਵੀ ਤੁਸੀਂ ਚੰਦੂ ਨੂੰ ਕਹੋ, ਚੰਦੂ ਨੂੰ ਚਿੱਠੀ ਲਿਖੋ, ਚੰਦੂ ਸਾਡੀ ਗੱਲ ਸੁਣੇਗਾ। ਤੇ ਬੰਦਾ ਬੜੇ ਹੱਥ ਪੈਰ ਮਾਰਦਾ ਜੀ, ਬੜੇ ਹੱਥ ਪੈਰ ਮਾਰਦਾ, ਪਰ ਜੋ ਵਾਹਿਗੁਰੂ ਜੀ ਨੂੰ ਪਾਉਂਦਾ ਜੀ। ਸੋ ਅੱਗੋਂ ਹੁਣ ਕਥਾ ਤੇ ਜਿਹੜੀ ਹੈ, ਕਿਉਂਕਿ ਅੱਜ ਆਪਾਂ ਮਹਾਰਾਜ ਦੇ ਗੁਣ ਸੁਣੇ ਆ, ਤੇ ਅੱਗੋਂ ਹੁਣ ਗੱਲਾਂ ਈਰਖਾ ਵਾਲੀਆਂ ਨੇ ਜੀ, ਉਹ ਵੇਖਾਂਗੇ ਆਪਾਂ ਕੱਲ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਲੈਣ, ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਜੀ ਦੇ ਗੁਣ ਗਾਉਣ ਵਿੱਚ ਹੀ ਭਲਾ ਹੈਗਾ ਸੰਗਤ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਕਰੋ, ਮਹਾਰਾਜ ਗੁਣ ਗਾਵਾਂ ਦਿਨ ਰਾਤ ਏਤੈ ਕੰਮ ਲਾਏ। ਮਹਾਰਾਜ ਮੈਨੂੰ ਇਸੇ ਕੰਮ ਹੀ ਲਾ ਦਿਓ, ਮੈਂ ਦਿਨ ਰਾਤ ਤੁਹਾਡੇ ਗੁਣ ਗਾਇਆ ਕਰਾਂ, ਗੁਣ ਗਾਇਆ ਕਰਾਂ, ਮੈਨੂੰ ਕੰਮ ਹੀ ਇਹ ਦੇ ਦਿਓ ਮਹਾਰਾਜ। ਆਓ ਸਾਰੇ ਪੰਕਤੀ ਪੜ੍ਹ ਦੋ, ਫਿਰ ਕਿਵੇਂ ਮੰਗੀਏ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਕੱਢੋ ਸ਼ਬਦ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਗੁਣ ਗਾਵਾਂ। ਦਿਨ ਹੋਵੇ ਰਾਤ ਹੋਵੇ, ਮੈਂ ਆਪਣੇ ਗੁਰੂ ਦੇ ਗੁਣ ਗਾਵਾਂ। ਮੇਰਾ ਗੁਰੂ ਬੜਾ ਵੱਡਾ ਜੀ, ਮੇਰੇ ਗੁਰੂ ਦੀ ਕਿਰਪਾ ਨਾਲ ਸਭ ਦੁੱਖ ਭੱਜ ਜਾਣੇ ਆ। ਹਾਂਜੀ, ਦੁੱਖਾਂ ਨੂੰ ਦੱਸਿਆ ਕਰੋ ਵੀ ਮੇਰਾ ਗੁਰੂ ਬੜਾ ਵੱਡਾ ਹੈਗਾ। ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਗੱਜ ਕੇ ਹੁਣ ਵੇਖੋ ਨਾ ਜੀ, ਗੁਣ ਗਾਉਣ ਵਾਲੀ ਪੰਕਤੀ ਹੈ, ਉਹ ਵੀ ਤੁਸੀਂ ਹੌਲੀ ਜੀ ਆਖੋ ਤੇ ਗਲਤ ਨਹੀਂ ਬਣਦੀ।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। 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 ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹ। ਮਹਾਰਾਜ ਮੇਰਾ ਚਾਅ ਬਣਦੇ, ਮੈਂ ਚਾਅ ਨਾਲ ਗੁਣ ਗਾਇਆ ਕਰਾਂ। ਜਦੋਂ ਗੁਰੂ ਦੇ ਗੁਣ ਗਾਉਣ ਦਾ ਤੇ ਸੁਣਨ ਦਾ ਮੌਕਾ ਮਿਲੇ ਤੇ ਮੈਨੂੰ ਨੀਂਦ ਨਾ ਆਵੇ, ਮੈਨੂੰ ਚਾਅ ਚੜੇ, ਮੈਨੂੰ ਚਾਅ ਚੜੇ। ਇਹ ਮਹਾਰਾਜ ਮੇਰੇ ਤੇ ਮਿਹਰ ਕਰ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਲਓ ਫਿਰ ਮਹਾਰਾਜ ਦੇ ਅੱਗੇ ਅਰਦਾਸ ਕਰੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਗੁਣ ਗਾਵਾਂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ। ਗੁਰੂ ਜੀ ਦੇ ਗੁਣਾਂ ਵਿੱਚ ਬੜੀ ਵੱਡੀ ਤਾਕਤ ਹੈ। ਸਤਿਗੁਰ ਵੱਡਾ ਕਰ ਸਾਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਇੱਕ ਥਾਂ ਤੇ ਗੁਰੂ ਰਾਮਦਾਸ ਜੀ ਕਹਿੰਦੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਕਹਿੰਦੇ ਤੇਰਾ ਕਿਹੜਾ ਕਿਹੜਾ ਗੁਣ ਗਾਇਆ ਕਰਾਂ, ਤੇਰੇ ਵਿੱਚ ਤੇ ਗੁਣ ਹੀ ਬੜੇ ਨੇ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਜੀਵ ਇੱਕ, ਗੁਣ ਅਨੇਕਾਂ। ਫਿਰ ਇਹ ਵੀ ਮਹਾਰਾਜ ਲਿਖਦੇ, ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਤਾਂ ਵੀ ਗੁਣ ਪੂਰੇ ਨਹੀਂ ਗਾਏ ਜਾ ਸਕਦੇ। ਪਰ ਗਾਉਣ ਨਾਲ ਕੀ ਹੋਏਗਾ? ਗਾਉਣ ਨਾਲ ਸਾਡਾ ਭਲਾ ਹੋਏਗਾ, ਸਾਡਾ ਭਲਾ ਹੋਏਗਾ। ਲੋ ਇੱਕ ਵਾਰੀ ਪੰਕਤੀ ਪੜ੍ਹ ਲੋ, ਇੱਕ ਦੋ ਵਾਰੀ ਫਿਰ ਦਾਸ ਖਿਮਾ ਮੰਗੇ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹ। ਇੱਕ ਪੰਕਤੀ ਹੈ, ਗੁਣ ਗਾਵਾਂ ਦਿਨ ਰਹਿਣ, ਇਤੈ ਕੰਮ ਲਾਏ। ਸੱਚੇ ਪਾਤਸ਼ਾਹ ਮੇਰਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਭ ਸੰਗਤ ਨੂੰ ਜੀ ਆਇਆਂ ਨੂੰ। ਭਾਈ ਕਸ਼ਮੀਰ ਸਿੰਘ ਜੀ ਅੱਜ ਵਾਹਵਾ ਹੀ ਦਿਨਾਂ ਬਾਅਦ ਆਏ, ਕਾਫੀ ਦਿਨਾਂ ਬਾਅਦ। ਸਿਹਤ ਇਹਨਾਂ ਦੀ ਢਿੱਲੀ ਸੀਗੀ, ਗੁਰੂ ਜੀ ਨੇ ਮਿਹਰ ਕੀਤੀ, ਚੜ੍ਹਦੀ ਕਲਾ ਬਖਸ਼ੀ ਹੈ। ਤੇ ਮਹਾਰਾਜ ਬਲ ਬਖਸ਼ਣ। ਜਿਹੜੇ ਰੋਜ਼ ਆਉਂਦੇ ਆ ਨਾ ਕਥਾ ਸੁਣਨ, ਉਹ ਫਿਰ ਨਾ ਆਉਣ ਤੇ ਪਤਾ ਤੇ ਲੱਗਦਾ ਹੀ ਆ ਵੀ ਕੋਈ ਨਾ ਕੋਈ ਗੱਲ ਤੇ ਵਰਤੀ ਹੈ। ਚਲੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ